ਵਿੱਚ ਪੜ੍ਹਦੇ ਸਾਰੇ ਹੀ ਵਿਦਿਆਰਥੀਆਂ ਦਾ ਇਸ YouTube ਚੈਨਲ ਦੇ ਵਿੱਚ ਸਵਾਗਤ ਹੈ, ਜਿਸ ਦਾ ਨਾਮ ਹੈ ਅਮਿਤ ਜਿੰਦਲ। ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬੇਬੇ ਰਾਮ ਭਜਨੀ ਇਕਾਂਗੀ ਦੇ ਬਾਰੇ, ਜਿਹਦੇ ਨਾਲ ਹੀ ਤੁਹਾਡਾ ਜੋ ਸਾਹਿਤਿਕ ਰੰਗ ਬੁੱਕ ਹੈ ਉਹ ਕੰਪਲੀਟ ਹੋ ਜਾਏਗੀ, ਕਿਉਂਕਿ ਉਸ ਦੇ ਵਿੱਚ ਜੋ ਕਹਾਣੀਆਂ ਨੇ ਤੇ ਜੀਵਨੀਆਂ ਨੇ ਮੈਂ ਪਹਿਲਾਂ ਹੀ ਕਰਵਾ ਚੁੱਕਿਆ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬੇਬੇ ਰਾਮ ਭਜਨੀ ਇਕਾਂਗੀ। CBSE ਦੇ ਸਿਲੇਬਸ ਦੇ ਵਿੱਚ ਤੁਹਾਡੇ ਇੱਕ ਇਕਾਂਗੀ ਹੈ ਜਿਹਦਾ ਨਾਮ ਹੈ ਬੇਬੇ ਰਾਮ ਭਜਨੀ, ਤੇ ਇਕਾਂਗੀਕਾਰ ਦਾ ਨਾਮ ਹੈ ਈਸ਼ਵਰ ਚੰਦਰ ਨੰਦਾ। ਤਾਂ ਪਿਆਰੇ ਵਿਦਿਆਰਥੀਓ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਇਕਾਂਗੀ ਹੈ ਜੋ ਸਟੇਜ ਦੇ ਉੱਪਰ ਪੇਸ਼ਕਾਰੀ ਕੀਤੀ ਜਾਂਦੀ ਹੈ ਇਹਦੀ। ਤਾਂ ਦੇਖਦੇ ਹਾਂ ਜੀ ਇਸ ਇਕਾਂਗੀ ਦੇ ਵਿੱਚ ਕਿਹੜੇ-ਕਿਹੜੇ ਪਾਤਰ ਨੇ। ਇਹਦੀ ਮੁੱਖ ਪਾਤਰ ਹੈ ਬੇਬੇ ਰਾਮ ਭਜਨੀ, ਜੋ ਕਿ ਦੁਨੀਆ ਤੋਂ ਨਿਰਾਸ਼ ਇੱਕ ਅਧਖੜ ਉਮਰ ਦੀ ਔਰਤ ਹੈ, ਤੇ ਉਹਦੇ ਪਤੀ ਦਾ ਨਾਮ ਹੈ ਸ਼ਾਮ ਦਾਸ। ਅੱਗੇ ਨੇ ਇਹਦੇ ਵਿੱਚ ਦੋ ਜਵਾਰੀਏ ਜੋ ਕਿ ਸ਼ਾਮ ਦਾਸ ਦੇ ਦੋਸਤ ਨੇ, ਇੱਕ ਬੁੱਢੀ ਹੈ ਜੋ ਕਿ ਰਾਮ ਭਜਨੀ ਦੀ ਗਵੰਡਨ ਹੈ, ਤੇ ਇੱਕ ਮੁਟਿਆਰ ਹੈ ਜੋ ਕਿ ਬੇਬੇ ਰਾਮ ਭਜਨੀ ਦੀ ਜਿਹੜੀ ਗਵੰਡਨ ਹੈ ਪ੍ਰੇਮੋ, ਉਹਦੀ ਨੂੰਹ ਹੈ। ਇਹਦੇ ਵਿੱਚ ਆਉਂਦਾ ਇੱਕ ਸਾਧੂ ਤੇ ਇੱਕ ਪਾਂਦਾ। ਇਹ ਸਾਰੇ ਪਾਤਰ ਇਹਦੇ ਵਿੱਚ ਆਉਂਦੇ ਨੇ ਇਕਾਂਗੀ ਦੇ ਵਿੱਚ। ਤੇ ਜੋ ਇਹ ਝਾਕੀ ਹੈ, ਜੋ ਦ੍ਰਿਸ਼ ਪੇਸ਼ ਕੀਤਾ ਗਿਆ, ਸ਼ਹਿਰ ਦੀ ਗਲੀ ਦੇ ਵਿੱਚ ਇੱਕ ਮਕਾਨ ਹੈ, ਸਾਹਮਣੇ ਕਮਰੇ ਦੇ ਵਿੱਚ ਬੈਠੀ ਬੇਬੇ ਰਾਮ ਭਜਨੀ ਹੈ ਜੋ ਪੂਜਾ ਦੀਆਂ ਚੀਜ਼ਾਂ ਸੰਭਾਲ ਕੇ ਇੱਕ ਪਾਸੇ ਰੱਖ ਰਹੀ ਹੈ, ਤੇ ਨਾਲੇ ਉਹ ਮੂੰਹ ਦੇ ਵਿੱਚ ਗੁਨਗੁਣਾ ਰਹੀ ਹੈ, ਰਾਮ ਹੀ ਰਾਮ, ਰਾਮ ਹੀ ਰਾਮ, ਰਾਮ ਸਵਾਰੇ ਸਭ ਕੇ ਕੰਮ। ਗਵਾਂਡਨ ਦੇ ਨੇੜੇ ਰਾਮ ਭਜਨੀ ਆ ਬੈਠਦੀ ਹੈ। ਸਮਾਂ ਜੋ ਉਹ ਢਲਦੀਆਂ ਦੁਪਹਿਰਾਂ ਨੇ, ਦੁਪਹਿਰ ਢਲ ਰਹੀ ਹੈ ਜਦੋਂ ਉਸਦਾ ਸਮਾਂ। ਤਾਂ ਪਿਆਰੇ ਵਿਦਿਆਰਥੀਓ, ਜੇਕਰ ਇਸ ਇਕਾਂਗੀ ਦੀ ਗੱਲ ਕੀਤੀ ਜਾਵੇ ਤਾਂ ਇਸ ਇਕਾਂਗੀ ਦੇ ਵਿੱਚੋਂ ਤੁਹਾਨੂੰ 3 ਨੰਬਰ ਦਾ ਇੱਕ ਵੱਡਾ ਪ੍ਰਸ਼ਨ ਪੁੱਛਿਆ ਜਾਣਾ ਹੈ। 2 ਪ੍ਰਸ਼ਨ ਪੁੱਛੇ ਜਾਣਗੇ ਜਿਹਦੇ ਵਿੱਚੋਂ ਤੁਸੀਂ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਹੈ, 50-60 ਸ਼ਬਦਾਂ ਦੇ ਵਿੱਚ ਉੱਤਰ ਦੇਣਾ, ਤੇ 3 ਨੰਬਰ ਦਾ ਇਹ ਪ੍ਰਸ਼ਨ ਹੈ। ਇਸ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਇਸ ਇਕਾਂਗੀ ਦੇ ਵਿੱਚੋਂ ਨਹੀਂ ਪੁੱਛੀ ਜਾਵੇਗੀ। ਤਾਂ ਤੁਸੀਂ ਆਪਣੀ ਤਿਆਰੀ ਇਕਾਂਗੀ ਦੀ ਹਿਸਾਬ ਨਾਲ ਕਰਨੀ ਹੈ ਕਿ ਤੁਹਾਡਾ 3 ਨੰਬਰ ਦਾ ਜੋ ਵੱਡਾ ਪ੍ਰਸ਼ਨ ਹੈ ਉਹ ਵਧੀਆ ਢੰਗ ਦੇ ਨਾਲ ਤਿਆਰ ਹੋ ਸਕੇ। ਤਾਂ ਇਹਦੇ ਵਿੱਚ ਜੋ ਇਕਾਂਗੀ ਦੇ ਵਿਸ਼ੇ ਨੇ, ਆਪਾਂ 2 ਵਿਸ਼ੇ ਲੈ ਕੇ ਚੱਲਦੇ ਹਾਂ। ਉਹ 2 ਵਿਸ਼ੇ ਨੇ, ਇੱਕ ਤਾਂ ਹੈਗਾ ਧਾਰਮਿਕ ਪਖੰਡ, ਧਰਮ ਦੇ ਨਾਮ ਤੇ ਜਾਂ ਧਾਰਮਿਕ ਕਰਮਕਾਂਡ ਨੇ ਉਹਨਾਂ ਦੇ ਨਾਮ ਤੇ ਪਖੰਡ ਕੀਤੇ ਜਾਂਦੇ ਨੇ, ਤੇ ਦੂਜਾ ਇਹਦੇ ਵਿੱਚ ਜੋ ਵਿਸ਼ਾ ਲਿਆ ਗਿਆ ਉਹ ਹੈ ਨਸ਼ੇ ਦੀ ਸਮੱਸਿਆ, ਕਿ ਕਿਸ ਤਰ੍ਹਾਂ ਲੋਕ ਨਸ਼ੇ ਦੇ ਵਿੱਚ ਆ ਕੇ ਆਪਣਾ ਸਾਰਾ ਘਰ-ਬਾਰ ਉਜਾੜ ਬੈਠਦੇ ਨੇ। ਤਾਂ ਇਹੀ ਇਸ ਇਕਾਂਗੀ ਦੇ ਵਿੱਚ 2 ਚੀਜ਼ਾਂ ਦਿਖਾਈਆਂ ਗਈਆਂ ਨੇ। ਤਾਂ ਇੱਕ ਹਿੱਸੇ ਦੇ ਵਿੱਚ ਜੇਕਰ ਗੱਲ ਕਰੀਏ ਬੇਬੇ ਰਾਮ ਭਜਨੀ ਹੈ ਜੋ ਕਿ ਧਾਰਮਿਕ ਪਖੰਡਾਂ ਦੀ ਸ਼ਿਕਾਰ ਹੋ ਗਈ, ਤੇ ਦੂਜੇ ਹਿੱਸੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸ਼ਾਮ ਦਾਸ ਹੈ ਜਿਹੜਾ ਨਸ਼ੇ ਦੇ ਮਗਰ ਲੱਗ ਕੇ ਆਪਣਾ ਘਰ-ਬਾਰ ਸਾਰਾ ਕੁਝ ਉਜਾੜ ਦਿੰਦਾ ਹੈ। ਤਾਂ ਪਿਆਰੇ ਵਿਦਿਆਰਥੀ, ਹੁਣ ਉਮੀਦ ਕਰਦਾ ਕਿ ਇਹਦਾ ਵਿਸ਼ਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸ਼ੁਰੂ ਕਰਦੇ ਹਾਂ ਇਕਾਂਗੀ। ਤਾਂ ਇਹਦੇ ਵਿੱਚ ਬੇਬੇ ਰਾਮ ਭਜਨੀ ਹੈ ਜੋ ਆਪਣੀ ਗਵਾਂਢਣ ਨੂੰ ਕਹਿ ਰਹੀ ਹੈ, ਕਹਿੰਦੀ ਬੇਬੇ ਮੈਂ ਅੱਜ ਤੋਂ ਦੁਨੀਆ ਛੱਡੀ, ਕੀ ਰੱਖਿਆ ਦੁਨੀਆ 'ਚ, ਜਿਹੜੇ 4 ਦਿਹਾੜੇ ਹੋਰ ਰਹਿੰਦੇ ਨੇ ਤੀਰਥਾਂ 'ਤੇ ਕੱਟਾਂਗੀ, ਸਭ ਦਾਨ ਕਰ ਦੇਣਾ ਏ, ਰਾਮ ਨਾਮ ਹੀ ਜਪਣਾ। ਤਾਂ ਬੇਬੇ ਰਾਮ ਭਜਨੀ ਆਪਣੀ ਗਵਾਂਢਣ ਨੂੰ ਕਹਿ ਰਹੀ ਹੈ ਕਿ ਅੱਜ ਤੋਂ ਮੈਂ ਦੁਨੀਆ ਛੱਡ ਰਹੀ ਹਾਂ, ਇਹ ਦੁਨੀਆ ਦੇ ਵਿੱਚ ਹੀ ਹੈ ਜਿਹੜੇ ਕਹਿੰਦੀ 4 ਦਿਹਾੜੇ ਨੇ ਮੈਂ ਤੀਰਥਾਂ 'ਤੇ ਕੱਟਾਂਗੀ, ਤੇ ਅੱਜ ਤੋਂ ਮੈਂ ਸਾਰੀਆਂ ਚੀਜ਼ਾਂ ਰਾਮ ਦੇ ਨਾਮ 'ਤੇ ਦਾਨ ਕਰ ਦੇਣੀਆਂ। ਤਾਂ ਉਹਦੀ ਗਵਾਂਢਣ ਹੈ ਜਿਹੜੀ ਬੇਬੇ ਰਾਮ ਭਜਨੀ ਦੀ, ਉਹਨੂੰ ਕਹਿੰਦੀ ਭੈਣ ਧੰਨ ਜਨਮੇ ਤੇਰਾ, ਇਹ ਤੋਂ ਵਧੀਆ ਹੋਰ ਕੀ ਗੱਲ ਹੈ ਕਿ ਜੇ ਤੂੰ ਦਾਨ ਪੁੰਨ ਕਰੇ ਤੇ ਤੀਰਥੀ ਜਾ ਕੇ ਆਪਣੇ ਹੱਡ ਸੁੱਚੇ ਕਰੇ, ਰਾਮ ਨੇ ਸੁੱਖ ਨਾਲ ਬਥੇਰਾ ਦਿੱਤਾ ਹੋਇਆ। ਤਾਂ ਰਾਮ ਭਜਨੀ ਕਹਿੰਦੀ ਸਾਡੇ ਲਈ ਤਾਂ ਥੋੜ੍ਹਾ ਵੀ ਬਹੁਤ ਬਥੇਰਾ ਹੈ ਬੇਬੇ। ਕਿਉਂ ਸੀ ਉਹਦੇ ਲਈ ਥੋੜ੍ਹਾ ਹੀ ਬਥੇਰਾ? ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਧਨ ਦੌਲਤ ਨੂੰ, ਜ਼ਮੀਨ ਜਾਇਦਾਦ ਨੂੰ ਸਾਂਭਣ ਵਾਲਾ ਨਹੀਂ ਸੀ, ਕਿਉਂਕਿ ਬੇਬੇ ਰਾਮ ਭਜਨੀ ਤੇ ਸਿਰਫ ਉਹਦਾ ਪਤੀ 2 ਬੰਦੇ ਹੀ ਘਰ ਦੇ ਵਿੱਚ ਰਹਿੰਦੇ ਸੀ ਉਹ। ਤਾਂ ਉਹਦੀ ਗਵਾਂਢਣ ਕਹਿੰਦੀ ਹੈ ਦੱਸ, 100 ਵਾਰੀ ਦੱਸ ਨਾ, ਮੈਂ ਤੈਨੂੰ ਕੋਈ ਦੋਵਾਂ? ਤਾਂ ਰਾਮ ਭਜਨੀ ਕਹਿੰਦੀ ਤੂੰ ਮੈਨੂੰ ਭੈਣਾਂ ਦੀ ਥਾਂ ਹੈ, ਸਗੋਂ ਭੈਣਾਂ ਨਾਲੋਂ ਵੀ ਵੱਧ ਹੈ। ਮੈਂ ਤੈਨੂੰ ਦੱਸਦੀ ਹਾਂ ਕਿ ਅੱਜ ਸਵੇਰੇ ਪਰਮੇਸ਼ਵਰਾਂ ਦੇ ਵੇਲੇ ਤੋਂ ਮੇਰੇ ਕਹਿੰਦੀ ਜੀਅ ਦੇ ਵਿੱਚ ਆਉਂਦੀ ਪਈ ਹੈ। ਮੈਂ ਅੱਜ ਪੂਜਾ ਬੜੀ ਸਵੇਰੇ ਕਰ ਲਈ ਸੀ, ਤੇ ਕਹਿੰਦੀ ਮੈਂ ਤੇਰੇ ਕਨੀਓ ਹੀ ਆਉਣ ਵਾਲੀ ਸੀ। ਤਾਂ ਉਹਦੀ ਗਵਾਂਢਣ ਕਹਿੰਦੀ ਹਾਂ ਦੱਸ ਫਿਰ ਕੀ ਹੋ ਗਿਆ? ਤਾਂ ਰਾਮ ਭਜਨੀ ਕਹਿੰਦੀ ਸੁਣ, ਮੇਰੀ ਮਰਜ਼ੀ ਏ ਭਈ ਜੋ ਕੁਝ ਮੇਰੇ ਕੋਲ ਹੈ ਮੈਂ ਆਪਣੇ ਹੱਥੀਂ ਦੇ ਦੇਵਾਂ। ਉਹਨੇ ਸ਼ਰਾਬ ਤੇ ਜੂਏ ਦੇ ਮੂੰਹ ਇੰਨਾ ਉਜਾੜਿਆ ਏ, ਉਹ ਕਿਸ ਕੰਮ ਆਇਆ? ਮੈਂ ਕਹਿੰਦੀ ਹਾਂ ਭਾਈ ਜਿਤਨਾ ਵੀ ਰਾਮ ਨੇ ਦਿੱਤਾ ਏ ਉਤਨਾ ਹੀ ਅੱਛਾ ਏ। ਤਾਂ ਰਾਮ ਭਜਨੀ ਦਾਨ ਕਰਨ ਦੀ ਇੱਛਾ ਵਿਅਕਤ ਕਰ ਰਹੀ ਹੈ ਆਪਣੀ ਗਵਾਂਢਣ ਦੇ ਅੱਗੇ। ਤਾਂ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਤੁਸੀਂ ਇਹ ਇਕਾਂਗੀ ਪੜ੍ਹ ਸਕਦੇ ਹੋ। ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਉਹਦੇ ਵੱਲ ਤੁਹਾਨੂੰ ਜ਼ਰੂਰ ਝਾਤੀ ਕਰਵਾਵਾਂਗੇ। ਫਿਰ ਇਸ ਤਰ੍ਹਾਂ ਬੇਬੇ ਰਾਮ ਭਜਨੀ ਅਤੇ ਦੋਵੇਂ ਗਵਾਂਢਣਾਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ। ਤਾਂ ਫਿਰ ਉਹਦੀ ਗਵਾਂਢਣ ਹੈ ਜਿਹੜੀ ਉਹ ਪਾਂਦੇ ਨੂੰ ਸੱਦ ਲਿਆਂਦੀ ਹੈ ਤੇ ਸੰਕਲਪ ਕਰਾ ਕੇ ਇਹ ਕਰਵਾਉਣ ਦੇ ਲਈ ਕਹਿੰਦੀ ਹੈ। ਤੇ ਰਾਮ ਭਜਨੀ ਕਹਿੰਦੀ ਜਦੋਂ ਉਹਦੀ ਗਵਾਂਢਣ ਸਾਧੂ ਨੂੰ ਬੁਲਾਉਣ ਜਾਂਦੀ ਹੈ
ਪਾਂਦੇ ਨੂੰ ਬੁਲਾਉਣ ਜਾਂਦੀ ਆ ਤਾਂ ਉਹ ਕਹਿੰਦੀ ਰਸਤੇ ਦੇ ਵਿੱਚ ਜੇਕਰ ਕੋਈ ਸਾਧੂ ਸੰਤ ਮਿਲੇ ਤਾਂ ਉਸ ਨੂੰ ਵੀ ਭੇਜਦੀ। ਤਾਂ ਇਹਦੀ ਗਵਾਂਢਣ ਕਹਿੰਦੀ ਅੱਛਾ ਮੈਂ ਜਾਂਦੀ ਹਾਂ, ਅਤੇ ਗਵਾਂਢਣ ਉੱਠ ਕੇ ਚਲੀ ਜਾਂਦੀ ਹੈ। ਇੰਨੇ 'ਚ ਹੀ ਬੇਬੇ ਰਾਮ ਭਜਨੀ ਆ ਜੋ ਉਹ ਆਪਣੇ ਆਪ ਦੇ ਨਾਲ ਗੱਲਾਂ ਕਰਦੀ ਹੈ ਕਿ ਇਹ ਫੁਲਕਾਰੀਆਂ ਮੇਰੇ ਕਿਸ ਕੰਮ ਦੀ ਆ, ਮੇਰੀ ਨੂੰਹ ਹੈ ਨਾ ਕੋਈ ਧੀ ਹੈ ਜਿਹੜੀ ਇਹਨੂੰ ਪਾਵੇ ਹੰਡਾਵੇ, ਇਹ ਰੇਸ਼ਮੀ ਕੱਪੜੇ ਇਹ ਤਾਂ ਮੈਂ ਪ੍ਰੇਮੋ ਭੈਣ ਦੀ ਨੂੰਹ ਨੂੰ ਦਿਆਂਗੀ, ਪ੍ਰੇਮੋ ਬੜੀ ਚੰਗੀ ਹੈ। ਅਤੇ ਇੰਨੇ ਦੇ ਵਿੱਚ ਹੀ ਬਾਹਰੋਂ ਆਵਾਜ਼ ਆਉਂਦੀ ਹੈ, ਸਾਧੂ ਦੀ ਆਵਾਜ਼ ਸੀ, ਉਹ ਕਹਿੰਦਾ ਮਾਈ ਲੱਖ 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 ਲੱਖ। ਤਾਂ ਰਾਮ ਭਜਨੀ ਦਰਵਾਜ਼ਾ ਖੋਲ੍ਹਦੀ ਹੈ, ਬਾਬਾ ਜੀ ਬਾਬਾ ਜੀ। ਤਾਂ ਇਸ ਤਰ੍ਹਾਂ ਉਹ ਬਾਬੇ ਸਾਧੂ ਦਾ ਜੋ ਬੇਬੇ ਰਾਮ ਭਜਨੀ ਦੇ ਘਰ ਆਗਮਨ ਹੁੰਦਾ। ਤਾਂ ਜੋ ਸਾਧੂ ਸੀ ਬੇਬੇ ਰਾਮ ਭਜਨੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦਾ ਵੀ ਤੈਨੂੰ ਬੜੇ ਸ਼ੁਭ ਕਰਮ ਕੀਤੇ ਹੈ, ਰਾਮ ਤੁਮ ਪੇ ਅਤੀ ਪ੍ਰਸੰਨ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ। ਤਾਂ ਰਾਮ ਭਜਨੀ ਕਹਿੰਦੀ ਬਾਬਾ ਜੀ ਦੁਨੀਆ ਦਾ ਬੜਾ ਸੁੱਖ ਭੋਗਿਆ ਪਰ ਮੋਹ ਮਮਤਾ ਦੇ ਜਾਲ ਵਿੱਚ ਫਸ ਕੇ ਬੰਦਾ ਕੋਡੀ ਕੰਮ ਦਾ ਨਹੀਂ ਰਹਿੰਦਾ। ਤਾਂ ਸਾਧੂ ਬੇਬੇ ਰਾਮ ਭਜਨੀ ਦੀਆਂ ਗੱਲਾਂ ਦੇ ਵਿੱਚ ਹਾਂ ਮਿਲਾਈ ਜਾਂਦਾ। ਤਾਂ ਰਾਮ ਭਜਨੀ ਕਹਿੰਦੀ ਬਾਬਾ ਜੀ ਬੱਚੇ ਮੋਹ ਮਮਤਾ ਦੇ ਕੀੜੇ ਨੇ ਜੋ ਦਿਨ ਰਾਤ ਲਹੂ ਪੀਂਦੇ ਰਹਿੰਦੇ ਨੇ, ਰਾਮ ਨੇ ਮੈਨੂੰ ਇਸ ਮਹਾਜਾਲ ਵਿੱਚੋਂ ਕੱਢ ਲਿਆ। ਇੱਕੋ ਇੱਕ ਜੀ ਜਿਹਾ ਸੀ ਸੋਈ ਨਿੱਕਾ ਹੁੰਦਾ ਹੀ ਖੇਡਣ ਤੁਰ ਗਿਆ। ਤਾਂ ਪਿਆਰੇ ਵਿਦਿਆਰਥੀਓ ਇੱਥੇ ਪਤਾ ਲੱਗਦਾ ਕਿ ਬੇਬੇ ਰਾਮ ਭਜਨੀ ਸੰਸਾਰ ਤੋਂ ਕਿਉਂ ਦੁਖੀ ਸੀ, ਕਿਉਂਕਿ ਉਹਦਾ ਇੱਕੋ ਇੱਕ ਬੱਚਾ ਸੀ ਜਿਹੜਾ ਕਿ ਜਦੋਂ ਛੋਟੀ ਉਮਰ ਸੀ ਉਹਦੀ ਤਾਂ ਉਦੋਂ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ, ਭਾਵ ਉਹਦੀ ਮੌਤ ਹੋ ਗਈ ਸੀ। ਤਾਂ ਇੱਥੇ ਖੇਡਣ ਤੁਰ ਗਿਆ ਦਾ ਮਤਲਬ ਹੈ ਕਿ ਉਹਦੀ ਮੌਤ ਹੋ ਗਈ ਸੀ ਅਤੇ ਹੁਣ ਬੇਬੇ ਰਾਮ ਭਜਨੀ ਅਤੇ ਉਹਦੇ ਪਤੀ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸੀ। ਤਾਂ ਜਦੋਂ ਸਾਧੂ ਇਹ ਗੱਲਾਂ ਸੁਣਦਾ ਤਾਂ ਉਹਨੂੰ ਹਰੇ ਨਾਰਾਇਣ ਕਹਿੰਦਾ। ਤਾਂ ਉਸ ਤੋਂ ਬਾਅਦ ਉਹ ਸੰਕਲਪ ਕਰਵਾਉਂਦੇ ਨੇ। ਤਾਂ ਰਾਮ ਭਜਨੀ ਕਹਿ ਰਹੀ ਹੈ, ਕਹਿੰਦੀ ਮਹਾਰਾਜ ਹੁਣ ਇਹ ਜੀ ਵਿੱਚ ਆਉਂਦਾ ਕਿ ਦੁਨੀਆ ਤੱਜ ਦੇਵਾਂ, ਭਾਵ ਦੁਨੀਆ ਛੱਡ ਦੇਵਾਂ, ਦੁਨੀਆ ਦੇ ਵਿੱਚ ਕੁਝ ਨਹੀਂ, ਜਿਹਨੂੰ ਰਾਮ ਮਿਲਿਆ ਉਹਨੂੰ ਸਭ ਕੁਝ ਮਿਲਿਆ। ਇਸ ਤਰ੍ਹਾਂ ਗੱਲਾਂ ਕਰਦੇ ਰਹਿੰਦੇ ਨੇ ਆਪਸ ਦੇ ਵਿੱਚ। ਬੇਬੇ ਰਾਮ ਭਜਨੀ ਆਪਣਾ ਦਾਨ ਕਰਨ ਦੀ ਇੱਛਾ ਵਿਅਕਤ ਕਰਦੀ ਹੈ। ਤਾਂ ਰਾਮ ਭਜਨੀ ਕਹਿੰਦੀ ਹੈ ਮਹਾਰਾਜ ਮੈਂ ਵੀ ਕੁਝ ਦਾਨ ਕਰ ਦੇਣਾ ਹੈ, ਫਿਰ ਮਹਾਰਾਜ ਤੀਰਥੀ ਚਲੇ ਜਾਣਾ ਹੈ। ਤਾਂ ਰਾਮ ਭਜਨੀ ਕਹਿੰਦੀ ਹਰੇ ਪਾਪਨ ਅਪਰਾਧਨਾ ਮੇਰੇ ਐਡੇ ਭਾਗ ਕਿੱਥੋਂ। ਤਾਂ ਜਦੋਂ ਕਹਿੰਦਾ ਸੀ ਸਾਧੂ ਕਿ ਮਾਈ ਤੂੰ ਦਾਨ ਪੁੰਨ ਕਰਕੇ ਸਿੱਧਾ ਸਵਰਗ ਨੂੰ ਜਾਏਂਗੀ, ਤਾਂ ਬੇਬੇ ਰਾਮ ਭਜਨੀ ਕਹਿੰਦੀ ਸੀ ਕਿ ਮੇਰੇ ਐਡੇ ਕਰਮ ਕਿੱਥੇ ਕਿ ਮੈਂ ਸਵਰਗ ਦੇ ਵਿੱਚ ਜਾਊਂਗੀ। ਤਾਂ ਸਾਧੂ ਕਹਿੰਦਾ ਮਾਈ ਭਗਵਾਨ ਕੀ ਦਇਆ ਹੈ, ਹਮਕੋ ਰੁਪਏ ਪੈਸੇ की ਲੋੜ ਨਹੀਂ, ਹਾਂ ਕੋਈ ਵਸਤਰ ਮਿਲ ਜੇ। ਤਾਂ ਸਾਧੂ ਕਹਿੰਦਾ ਕਿ ਮੈਨੂੰ ਰੁਪਏ ਪੈਸੇ ਦੀ ਤਾਂ ਜ਼ਰੂਰਤ ਨਹੀਂ, ਜੇ ਕੋਈ ਮੈਨੂੰ ਕੱਪੜਾ ਲੀੜਾ ਜਾਂ ਵਸਤਰ ਮਿਲ ਜੇ ਤਾਂ ਵਧੀਆ। ਤਾਂ ਰਾਮ ਭਜਨੀ ਚਾਦਰ ਲੈ ਕੇ ਆਉਂਦੀ ਉਹ ਮਹਾਰਾਜ। ਜਦੋਂ ਉਹ ਚਾਦਰ ਸਾਧੂ ਨੂੰ ਦਿੰਦੀ ਹੈ, ਸਾਧੂ ਕਹਿੰਦਾ ਇਹ ਹਮਾਰੇ ਕੰਮ ਕੀ ਨਹੀਂ। ਤਾਂ ਫਿਰ ਰਾਮ ਭਜਨੀ ਕਹਿੰਦੀ ਮਹਾਰਾਜ ਦੱਸੋ ਜੋ ਤੁਸੀਂ ਮੂੰਹੋਂ ਮੰਗੋਗੇ ਮੈਂ ਦੇ ਦਾਂਗੀ, ਸਾਰਾ ਕੁਝ ਤੁਹਾਡਾ ਹੀ ਹੈ। ਤਾਂ ਫਿਰ ਕਹਿੰਦਾ ਮਾਈ ਹਮਕੋ ਕੋਈ ਲੋਭ ਨਹੀਂ, ਇਹ ਦੁਸ਼ਾਲਾ ਦੇ ਦਿਓ, ਕਲਿਆਣ ਹੋ। ਤਾਂ ਸਾਧੂ ਸੀ ਜੋ ਉਹ ਬੇਬੇ ਰਾਮ ਭਜਨੀ ਤੋਂ ਦੁਸ਼ਾਲਾ ਮੰਗ ਕੇ ਲੈ ਜਾਂਦਾ ਹੈ। ਰਾਮ ਭਜਨੀ ਕਹਿੰਦੀ ਮਹਾਰਾਜ ਦੁਸ਼ਾਲਾ ਤਾਂ ਮੇਰੇ ਮਾਲਕ ਦਾ ਹੈ। साधु फिर कहता हरे नारायण भगत तुम तो त्याग करती हो, उसको समर्थ है और ले लेगा, दुशाला का दान करो और एक बर्तन भी मिल जाए। तो इस तरह बेबे राम भजनी तो जो साधु सी एक बर्तन गड़बा सी जो ते दुशाला लैके चला जाता है। तो एक झोली दे विचों कुछ कढ़ के बेबे राम भजनी नूं दिंदा होया कहता लो माई इसको सदा कभी दुख नेड़े नहीं आवेगा। तो वह चला जाता है। बेबे राम भजनी सी जो घबरा जाती है तो दरवाजे वाल दौड़ती हुई जा रही है, बाबा जी चला गया, नठ गया, हाय गड़बा, हाय दुशाला, वालियाँ, हाय वालियाँ। तो इस तरह वालियाँ भी वधियां सी जो वो लै गया सी। फिर वो हैरान हो जाती है, चौंक उठती है कि तू दिता ही की है जो तैनूं पछतावा लग गया। लोग हज़ारां रुपए दान दिंदे ने, मंदिर बनवाउंदे ने, गरीब गुरूबियां नूं दिंदे ने, ते तू दिता ही की है जो तैनूं हिरख लग गया, जो तू जिहदा तू पछतावा कर रही है। तो इन्ने दे नाल ही उहदी गवांढण दी एंट्री हुंदी है। बुढ़ा पांदा आंदा है तो गवांढण दोवें जने उहदे घर दे विच प्रवेश कर दिंदे ने। पांदा बेबे राम भजनी नूं कहंदा जय राम जी। तो फिर बेबे राम भजनी जमीन के उपर चिट्टी चादर विछा के उस पांदे नूं बिठाउंदी है तो कहंदी है धन भाग ने मेरे जो तुसीं मेरे घर आए, कीड़ी दे घर नारायण आए। इस तरह बेबे राम भजनी अपने गवांढण का भी शुकराना करती है। तो गवांढण कहती है बेबे राम आप ही काज संवारन वाला है। कहती मैं भला पांदे होरां नूं किद्दां लियाना सी जे मेरी राम सहायता नहीं करदा। तो फिर ही कहती है वो कहती कि पांदे होरी तो बाहर जाण नूं फिरदे सी, वकीलों का आदमी सद्दण आया होया सी। तो पांदा विचों बोल पैंदा कहंदा हाँ बीबी वकीलों के घर लड़का होया तो उन्होंने टेवा लवाउण दे लई सद्दिया है। धार्मिक कर्म करने जो किते जांदे ने, टेवा लगाना होवे, जन्म पत्री दिखानी होवे, कुंडली मिलानी होवे। तो राम भजनी कहती राम हर किसी के कलेजे नूं ठंड पावे। पांदा कहंदा सच कहा बीबी। तो फिर राम भजनी उसनूं कहंदी है कि मेरा इक्को एक जी सी जो खेडन टुर गया संसार उत्तों, कहंदी मेरा मन उतर गया,
ਹੁਣ ਉਹ ਰਾਮ ਦੀ ਦੌਲਤ ਸੀ, ਰਾਮ ਨੇ ਲੈ ਲਈ, ਪਰ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਮਾਲਕ ਦੀਆਂ ਕਰਤੂਤਾਂ। ਉਹ ਸਾਰਾ ਦਿਨ ਜੂਆ ਸ਼ਰਾਬ, ਬਸ ਕਦੀ ਪਲ ਭਰ ਵਿੱਚ ਵੀ ਹੋਸ਼ ਵਿੱਚ ਨਹੀਂ ਹੁੰਦਾ। ਸੈਂਕੜਿਆਂ ਤੇ ਹਜ਼ਾਰਾਂ ਨੂੰ ਹੁੰਝਾ ਫੇਰ ਛੱਡਿਆ ਏ। ਤਾਂ ਫਿਰ ਇਸ ਤਰ੍ਹਾਂ ਕਰਦੇ ਬੇਬੇ ਰਾਮ ਭਜਨੀ ਆ ਜੋ ਉਹ ਪਾਂਦਾ ਕਹਿੰਦਾ ਬੀਬੀ ਸੰਸਾਰ ਬਣਿਆ ਹੀ ਇਸੇ ਲਈ ਹੈ, ਇਹਦੇ ਵਿੱਚ ਚੰਗੇ ਵੀ ਨੇ ਤੇ ਮਾੜੇ ਵੀ ਨੇ, ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ। ਇਸ ਤਰ੍ਹਾਂ ਬੇਬੇ ਰਾਮ ਭਜਨੀ ਤੇ ਪਾਂਦਾ ਤੇ ਉਹਦੀ ਗਵਾਂਢਣ ਗੱਲਾਂ ਬਾਤਾਂ ਕਰੀ ਜਾਂਦੇ ਨੇ। ਬੇਬੇ ਰਾਮ ਭਜਨੀ ਆਪਣੀ ਸਾਰੀ ਜੋ ਦੱਸਦੀ ਆ ਉਸ ਨੂੰ ਕਿ ਕਿਸ ਤਰ੍ਹਾਂ ਉਹਨੇ ਸੁੱਖ ਭੋਗਿਆ ਤੇ ਦੁੱਖ ਵੀ ਬਥੇਰਾ ਦੇਖਿਆ। ਕਹਿੰਦੀ ਜਦੋਂ ਦੀ ਮੈਂ ਰਾਮ ਦੀ ਹੋ ਗਈ ਹਾਂ ਮੈਨੂੰ ਦੁਨੀਆ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਤੇ ਬਾਬਾ ਰਾਮ ਭਜਨੀ ਕਹਿੰਦੀ ਮੈਂ ਤਾਂ ਉਹਦੇ ਬੂਹੇ ਦੀ ਮੰਗਤੀਆਂ। ਤਾਂ ਗਵਾਂਢਣ ਨੇ ਬੋਲ ਪਾਉਂਦੀ ਆ ਵਿੱਚੋਂ, ਕਹਿੰਦੀ ਇਹਦੇ ਕੋਲੋਂ ਦਾਨ ਪੁੰਨ ਕਰਾਓ, ਸੰਕਲਪ ਕਰਾਓ ਇਹ ਤੋਂ, ਤੇ ਬੇਬੇ ਜੋ ਕੁਝ ਦੇਣਾ ਹੀ ਕੱਢ। ਤਾਂ ਪਾਂਦਾ ਕਹਿੰਦਾ ਹਾਂ ਬੀਬੀ, ਵੇਲਾ ਜਾਈ ਜਾਂਦਾ, ਢਿੱਲ ਨਾ ਕਰੋ, ਜੋ ਕੁਛ ਦੇਣਾ ਹੈ ਦਿਓ। ਤਾਂ ਜਦੋਂ ਉਹ ਕਹਿੰਦੇ ਨੇ ਤਾਂ ਬੇਬੇ ਰਾਮ ਭਜਨੀ ਕਹਿੰਦੀ ਮੇਰਾ ਤਾਂ ਜੀਅ ਕਰਦਾ ਕਿ ਮੈਂ ਸਾਰਾ ਹੀ ਭਰਿਆ ਘਰ ਮੈਦਾਨ ਦੇ ਵਿੱਚ ਕਰਦਾ। ਤਾਂ ਗਵਾਂਢਣ ਕਹਿੰਦੀ ਘਰ ਦੀ ਮਾਲਕ ਨੇ, ਜਿੱਦਾਂ ਚਾਹੇ ਤੂੰ ਕਰ ਲੈ। ਤਾਂ ਰਾਮ ਭਜਨੀ ਕਹਿੰਦੀ ਮੈਨੂੰ ਆਪਣੇ ਪਤੀ ਤੋਂ ਡਰ ਲੱਗਦਾ ਕਿ ਜਦੋਂ ਉਹਨੂੰ ਪਤਾ ਲੱਗਾ ਤਾਂ ਮੇਰੇ ਨਾਲ ਆ ਕੇ ਲੜਨ ਪੈ ਜਾਏਗਾ। ਤਾਂ ਪਾਂਦਾ ਕਹਿੰਦਾ ਬੀਬੀ ਦਾਨ ਕਰਨ ਲੱਗਿਆ ਵਿਚਾਰਾਂ ਦੇ ਵਿੱਚ ਪੈਣਾ ਮਾੜਾ ਹੁੰਦਾ। ਤਾਂ ਇਸ ਤਰ੍ਹਾਂ ਪਾਂਦਾ ਤੇ ਗਵਾਂਢਣ ਦੋਵੇਂ ਬੀਬੀ ਭਜਨੀ ਤੋਂ ਦਾਨ ਕਰਵਾਉਂਦੇ ਨੇ। ਤਾਂ ਦਾਨ ਕਰਵਾਉਣ ਦੇ ਲਈ ਕੀ ਕੁਛ ਦਾਨ ਦੇ ਵਿੱਚ ਦਿੰਦੀ ਆ ਬੇਬੇ ਰਾਮ ਭਜਨੀ, ਦੇਖਦੇ ਨੇ ਜੀ ਅੱਗੇ। ਤਾਂ ਰਾਮ ਭਜਨੀ ਕਹਿੰਦੀ ਤੇ ਭਲਾ ਮੈਂ ਮੰਦਾ ਕੰਮ ਥੋੜ੍ਹਾ ਹੀ ਕਰਨ ਜਾ ਰਹੀ ਹਾਂ ਜੋ ਉਹ ਨਾਰਾਜ਼ ਹੋਵੇ। ਤਾਂ ਫਿਰ ਉਹ ਸੋਚਣ ਲੱਗ ਜਾਂਦੇ, ਇੱਕ ਵਾਰੀ ਤਾਂ ਕਹਿ ਦਿੰਦੇ ਆ ਕਿ ਮੈਨੂੰ ਆਪਣੇ ਪਤੀ ਤੋਂ ਡਰ ਲੱਗਦਾ, ਤੇ ਫਿਰ ਨਾਲ ਹੀ ਸੋਚਦੀ ਆ ਉਹ ਕਿ ਮੈਂ ਕਿਹੜਾ ਕੋਈ ਮਾੜਾ ਕੰਮ ਕਰਨ ਲੱਗ ਰਹੀ ਹਾਂ ਵੀ ਜਿਹੜਾ ਮੈਨੂੰ ਆਪਣੇ ਪਤੀ ਤੋਂ ਡਰ ਲੱਗੇ। ਤਾਂ ਇਹਨਾਂ ਦੇ ਵਿੱਚ ਹੀ ਉੱਠ ਕੇ ਰਾਮ ਭਜਨੀ ਆਪਣੇ ਗਹਿਣੇ ਕੱਪੜੇ ਤੇ ਭਾਂਡੇ ਟਿੰਡੇ ਜੋ ਇਕੱਠੇ ਕੀਤੇ ਹੋਏ ਸੀ ਉਹਨੇ ਲਿਆਂਦੀ ਆ ਤੇ ਉਹਨੂੰ ਪਾਂਦੇ ਨੂੰ ਦਿੰਦੀ, ਕਹਿੰਦੀ ਆ ਲੋ ਮਹਾਰਾਜ 2 ਗਾਗਰਾਂ। ਤੇ ਪਾਂਦਾ ਮੰਤਰ ਪੜਦਾ ਤੇ ਬੇਬੇ ਰਾਮ ਭਜਨੀ ਨੂੰ ਕਹਿੰਦਾ ਕਿ ਬੀਬੀ ਤੁਸੀਂ ਰਾਮ ਦਾ ਨਾਮ ਮਨ ਦੇ ਵਿੱਚ ਲਿਆਓ। ਤਾਂ ਰਾਮ ਭਜਨੀ ਕਹਿੰਦੀ ਆ ਰਾਮ ਹੀ ਰਾਮ, ਰਾਮ ਹੀ ਰਾਮ, ਰਾਮ ਹੀ ਰਾਮ। ਪਾਂਦਾ ਕਹਿੰਦਾ ਹੋਰ ਕੀ ਹੈ, ਛੇਤੀ ਕਰ। ਤਾਂ ਰਾਮ ਭਜਨੀ ਕਹਿੰਦੀ 1 ਚਾਦਰਾਂ ਦਾ ਜੋੜਾ ਹੈ ਤੇ 2 ਰੇਸ਼ਮੀ ਕੁੜਤੇ ਨੇ। ਇਸ ਤਰ੍ਹਾਂ ਕਹਿੰਦੀ ਇਹ ਮੇਰਾ ਗਹਿਣਿਆਂ ਦਾ ਡੱਬਾ ਹੈ, ਬਸ ਸਮਝੋ ਸਭ ਕੁਝ ਹੀ ਹੈ। ਪਾਂਦਾ ਕਹਿੰਦਾ ਧੰਨ ਜਿਗਰਾ ਏ ਬੀਬੀ ਤੇਰਾ ਜੋ ਇਹਨਾਂ ਚੀਜ਼ਾਂ ਤੂੰ ਦਾਨ ਕਰਨ ਲੱਗੀ ਆ। ਰਾਮ ਭਜਨੀ ਫਿਰ ਕਹਿੰਦੀ ਮੇਰੇ ਕਿਸ ਕੰਮ ਦੇ ਨੇ ਮਹਾਰਾਜ। ਇਸ ਤਰ੍ਹਾਂ ਰਾਮ ਭਜਨੀ ਨੂੰ ਜਦੋਂ ਦੀ ਗਵਾਂਢੀ ਦਾ ਕਿ ਹੋਰ ਤੇਰੇ ਕੋਲੇ ਕੀ ਹੈ ਦੇਣ ਨੂੰ। ਤਾਂ ਰਾਮ ਭਜਨੀ ਕਹਿੰਦੀ ਮੇਰੇ ਕੋਲੇ ਹੋਰ ਰਹਿ ਹੀ ਕੀ ਗਿਆ, 1 ਘਰ ਹੈ ਤੇ ਇਹ ਵੀ ਦੇ ਦੇਵਾਂ, ਪਰ ਮੈਨੂੰ ਆਪਣੇ ਮਾਲਕ ਦਾ ਭਾਵ ਆਪਣੇ ਪਤੀ ਦਾ ਡਰ ਲੱਗ। ਤਾਂ ਰਾਮ ਭਜਨੀ ਕਹਿੰਦੀ ਹਾਏ ਮੇਰਾ ਅੱਗ ਲੱਗਾ ਚੇਤਾ, ਮੈਂ ਕਹਿੰਦੇ ਰੇਸ਼ਮੀ ਕੁੜਤੇ ਵੀ ਦੇ ਛੱਡੇ। ਤਾਂ ਉਹ ਯਾਦ ਕਰਦੇ ਕਿ ਰੇਸ਼ਮੀ ਕੁੜਤੇ ਤਾਂ ਮੈਂ ਆਪਣੀ ਗਵਾਂਢਣ ਦੀ ਨੂੰਹ ਲਈ ਰੱਖੇ ਸੀ, ਕਹਿੰਦੀ ਮੈਂ ਆਪਣੀ ਧੀ ਦੇ ਲਈ ਰੱਖੇ ਸੀ, ਤੇ ਉਹ ਵੀ ਕਹਿੰਦੀ ਮੈਂ ਦੇ ਤੇ ਪਾਂਦੇ ਨੂੰ। ਬੇਬੇ ਤੂੰ ਕੀ ਸਮਝਦੀ ਹੋਵੇਂਗੀ। ਤਾਂ ਗਵਾਂਢਣ ਕਹਿੰਦੀ ਕੀ ਪਈ ਕਰਦੀ ਹੈ ਭੈਣ, ਲੈ ਉਹ ਅੱਗੇ ਵੀ ਤੇਰੇ ਹੀ ਕੁੜਤੇ ਪਾਉਂਦੀ ਹੈ ਕਿ। ਤਾਂ ਇਸ ਤਰ੍ਹਾਂ ਬੇਬੇ ਰਾਮ ਭਜਨੀ ਸੀ ਜੋ ਆਪਾਂ ਕਹਿ ਸਕਦੇ ਹਾਂ ਕਿ ਗਵਾਂਢਣ ਤੇ ਪਾਂਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਕੁਝ ਦਾਨ ਕਰ ਦਿੰਦੀ ਹੈ। ਪਰ ਉਹ 1 ਕੁੜਤਾ ਫਿਰ ਲੱਭ ਲਿਆਂਦੀ ਹੈ ਜੋ ਕਿ ਉਹ ਆਪਣੀ ਪ੍ਰੇਮੋ ਦੀ ਨੂੰਹ ਨੂੰ ਦੇਣਾ ਚਾਹੁੰਦੀ ਸੀ। ਤਾਂ ਗਵਾਂਢਣ ਕਹਿੰਦੀ ਹੈ ਰਹਿਣ ਦੇ ਬੀਬੀ, ਤੂੰ ਆਪਣੇ ਲਈ ਕੁਝ ਨਹੀਂ ਰੱਖਣਾ। ਰਾਮ ਭਜਨੀ ਕੁੜਤਾ ਦੇ ਕੇ ਕਹਿੰਦੀ ਨਹੀਂ ਮੇਰੇ ਕੋਲੇ ਗੁਜ਼ਾਰੇ ਜੋਗੇ ਬਥੇਰੇ ਨੇ, ਲੈ। ਤਾਂ ਇਹਨੇ ਦੇ ਵਿੱਚ ਹੀ ਪਾਂਦਾ ਸੀ ਜੋ ਚੀਜ਼ਾਂ ਬੇਬੇ ਰਾਮ ਭਜਨੀ ਨੇ ਉਹਨੂੰ ਦਾਨ ਕੀਤੀਆਂ ਸੀ ਲੈ ਕੇ ਤੁਰਨ ਲੱਗਦਾ। ਪਾਂਦਾ ਕਹਿੰਦਾ ਅੱਛਾ ਬੀਬੀ ਮੈਂ ਜਾਣਾ ਛੇਤੀ ਵਕੀਲਾਂ ਦੇ, ਸ਼ੁਕਰ ਹੈ ਤੇਰਾ ਮਨੋਰਥ ਹੋ ਗਿਆ, ਰਾਮ ਸਭ ਦੇ ਮਨੋਰਥ ਪੂਰੇ ਕਰੇ, ਇਹ ਗਾਗਰਾਂ ਮੈਂ ਫਿਰ ਲੈ ਜਾਵਾਂਗਾ। ਰਾਮ ਭਜਨੀ ਕਹਿੰਦੀ ਨਹੀਂ ਫੇਰ ਨਹੀਂ, ਮੈਂ ਬਗਾਨੀ ਅਮਾਨਤ ਕਿੱਥੇ ਸਾਂਭਦੀ ਫਿਰਾਂਗੀ, ਚਲੋ ਤੁਸੀਂ ਮੈਂ ਆਪ ਛੱਡ ਆਉਂਦੀ ਹਾਂ। ਤਾਂ ਪਾਂਦਾ ਕਹਿੰਦਾ ਧੰਨ ਏ ਬੀਬੀ, ਧੰਨ ਜਨਮੇ ਤੇਰਾ। ਤਾਂ ਰਾਮ ਭਜਨੀ ਗਾਗਰਾਂ ਚੁੱਕਣ ਲੱਗਦੀ ਹੈ ਤਾਂ ਉਹਦੀ ਗਵਾਂਢਣ ਉਹਦੇ ਹੱਥੋਂ ਫੜ ਲੈਂਦੀ ਹੈ। ਗਵਾਂਢਣ ਕਹਿੰਦੀ ਲੈ ਮੇਰੇ ਹੁੰਦੇ ਤੁਸੀਂ ਕਿਉਂ ਗਾਗਰਾਂ ਲੈ ਕੇ ਜਾਓਗੇ, ਮੈਂ ਛੱਡ ਆਉਂਦੀ ਹਾਂ। ਤਾਂ ਰਾਮ ਭਜਨੀ ਕਹਿੰਦੀ ਵੈਰੀਆਂ ਦੇ ਦੁਖਣ ਪੈਰ, ਐਵੇਂ ਨਾ ਬੋਲ ਕਬੋਲ ਮੂੰਹ ਕੱਢ ਦਿਆ ਕਰ, ਮੈਂ ਪੂਜਾ ਵੀ ਕਰ ਲਵਾਂਗੀ ਆ ਕੇ। ਤਾਂ ਪਾਂਦਾ ਕਹਿੰਦਾ ਵੇਖ ਬੇਬੇ ਮੇਰਾ ਬੜਾ ਹਰਜ ਹੋਣ ਡਿਆ, ਇਹ ਵਕੀਲ ਨੇ ਸੱਦਿਆ ਸੀ। ਤਾਂ ਪਾਂਦਾ ਕਹਿੰਦਾ ਵੀ ਐਵੇਂ ਟਾਈਮ ਨਾ ਖਰਾਬ ਕਰੋ, ਮੈਂ ਜਾਣਾ ਵਕੀਲਾਂ ਦੇ ਘਰ। ਰਾਮ ਭਜਨੀ ਕਹਿੰਦੀ ਚਲੋ ਨਾ ਫਿਰ ਪਾਂਦਾ ਜੀ ਛੇਤੀ ਕਰੋ, ਲੈ ਭੈਣ ਤੂੰ ਪਿੱਛੇ ਘਰ ਦਾ ਖਿਆਲ ਰੱਖੀ, ਮੈਂ ਹੁਣੀ ਆਈ। ਤਾਂ ਬੇਬੇ ਰਾਮ ਭਜਨੀ ਸੀ ਜੋ ਆਪਣੀ ਗਵਾਂਢਣ ਨੂੰ ਆਪਣੀ ਜਗ੍ਹਾ ਦੇ ਉੱਪਰ ਬਿਠਾ ਕੇ ਪਾਂਦੇ ਦੇ ਨਾਲ ਗਾਗਰਾਂ ਛੱਡਣ ਉਹਨਾਂ ਦੇ ਘਰ ਚਲੀ। ਤਾਂ ਇਹਨਾਂ ਦੇ ਵਿੱਚ ਹੀ ਗਵਾਂਢਣ ਦੀ ਨੂੰਹ ਆਉਂਦੀ ਹੈ, ਕਹਿੰਦੀ ਬੇਬੇ ਤੁਹਾਡੇ ਨਹੀਂ। ਰਾਮ ਭਜਨੀ ਕਹਿੰਦੀ ਬੇਬੇ ਆਈ ਸੀ ਤੇ ਪਰ ਪਾਂਦਾ ਜੀ ਦੇ ਘਰ ਤੋੜੀਏ, ਹੁਣੇ ਆਉਂਦੀ ਹੋਵੇਗੀ, ਬਹਿ ਜਾ। ਗਵਾਂਢਣ ਦੀ ਨੂੰਹ ਕਹਿੰਦੀ ਘਰ ਛੇਤੀ ਬੁਲਾਇਆ, ਪਹਿਲਾਂ ਤਾਂ ਮੈਂ ਲਾਗਲੇ ਘਰ ਗਈ ਸੀ, ਫਿਰ ਉੱਥੇ ਪਤਾ ਲੱਗਿਆ ਕਿ ਇੱਥੇ ਆਈ ਹੈ। ਤਾਂ ਇਸ ਤਰ੍ਹਾਂ ਜੋ ਗਵਾਂਢਣ ਸੀ ਉਹਦੀ ਬੇਬੇ ਰਾਮ ਭਜਨੀ ਦੀ ਜਗ੍ਹਾ ਤੇ ਆਪ ਗਾਗਰਾਂ ਲੈ ਕੇ ਤੁਰ ਜਾਂਦੀ ਹੈ। ਤਾਂ ਜਦੋਂ ਪ੍ਰੇਮੋ ਦੀ ਨੂੰਹ ਕਹਿੰਦੀ ਹੈ ਕਿ ਬੇਬੀ ਨੂੰ ਘਰ ਛੇਤੀ ਬੁਲਾਇਆ, ਤਾਂ ਰਾਮ ਭਜਨੀ ਕਹਿੰਦੀ ਮੈਂ ਅੱਛਾ ਮੈਂ ਬੁਲਾ ਕੇ ਲਿਆਉਂਦੀ ਹਾਂ, ਤੂੰ ਜਰਾ ਦੀ ਜਰਾ ਇੱਥੇ ਹੀ ਬੈਠ ਜਾ।
ਗਵਾਂਢਣ ਨੂੰ ਕਹਿੰਦੀ ਬੇਬੇ ਮੈਂ ਵੀ ਨਾਲ ਚੱਲਾਂ ਪਰੇ। ਤਾਂ ਰਾਮ ਭਜਨ ਨੇ ਕਹਿੰਦੀ ਕਿਸ ਵਾਸਤੇ, ਤੂੰ ਇੱਥੇ ਬੈਠ, ਘੜੀ ਦੀ ਘੜੀ ਰਾਮ ਨਾਮ ਜਪ ਲੈ। ਤੇ ਉਸ ਨੂੰ ਆਪਣੀ ਥਾਂ ਬਿਠਾ ਕੇ ਆਪ ਚਲੀ ਜਾਂਦੀ ਹੈ। ਤੇ ਇਹਨਾਂ ਦੇ ਵਿੱਚੋਂ ਹੀ ਸ਼ਾਮਦਾਸ ਦੀ ਐਂਟਰੀ ਹੁੰਦੀ ਹੈ। ਸ਼ਾਮਦਾਸ ਹੈ ਜੋ ਉਹ ਬੇਬੇ ਰਾਮ ਭਜਨੀ ਦਾ ਪਤੀ ਹੈ, ਇੱਕ ਪੂਰਾ ਸ਼ਰਾਬੀ ਆ ਉਹ, ਤੇ ਹਰ ਸਮੇਂ ਜੋ ਜੂਆ ਖੇਡਦਾ ਰਹਿੰਦਾ ਹੈ। ਪਿੱਠ ਪਿੱਛੋਂ ਹੀ ਉਹਨੂੰ ਦੇਖ ਕੇ ਉਹਨੂੰ ਐਂ ਲੱਗਦਾ ਜਿਵੇਂ ਉਹਦੀ ਪਤਨੀ ਆ ਜੋ ਬੇਬੇ ਰਾਮ ਭਜਨੀ ਬੈਠੀ ਹੋਵੇ। ਤਾਂ ਕਹਿੰਦੇ ਹਰ ਵੇਲੇ ਰਾਮ 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 ਰਾਮ, ਕੀ ਪਖੰਡ ਬਣਾ ਰੱਖਿਆ ਏ। ਤਾਂ ਜਦੋਂ ਉਹ ਦੇ ਵਿੱਚ ਹੀ ਜੋ ਗਵਾਂਢਣ ਦੀ ਨੂੰ ਬੇਬੇ ਰਾਮ ਭਜਨੀ ਦੀ ਜਗ੍ਹਾ ਤੇ ਬੈਠੀ ਸੀ, ਸਿਰ ਮੋੜ ਕੇ ਦੇਖਦੀ ਹੈ ਤੇ ਸਾਰਾ ਕੁਝ ਛੱਡ ਛਡਾ ਕੇ ਘਬਰਾ ਕੇ ਜੋ ਘਰੋਂ ਬਾਹਰ ਨਿਕਲ ਜਾਂਦੇ ਆ। ਸ਼ਾਮਦਾਸ ਹੈਰਾਨ ਹੋ ਜਾਂਦਾ, ਕਹਿੰਦਾ ਹੈ ਇਹ ਕੌਣ ਸੀ। ਤਾਂ ਸ਼ਾਮਦਾਸ ਦੇ ਨਾਲ 2 ਜਵਾਰੀਏ ਆਏ ਸੀ। ਤਾਂ ਉਹਨਾਂ ਦੇ ਵਿੱਚੋਂ ਪਹਿਲਾ ਜਵਾਰੀਆ ਕਹਿੰਦਾ ਕੋਈ ਹੋਣੀ ਚੇਲੀ ਭਗਤਨੀ ਦੀ। ਸ਼ਾਮਦਾਸ ਕਹਿੰਦਾ ਮੈਂ ਤੇ ਕੁਝ ਹੋਰ ਹੀ ਸਮਝਦਾ ਰਿਹਾ। ਤਾਂ ਦੂਜਾ ਜਵਾਰੀਆ ਕਹਿੰਦਾ ਅੱਛਾ ਜੀ, ਹੁਣ ਗੱਲਾਂ ਵਿੱਚ ਨਾ ਪਾਓ ਤੇ ਅਗਲੀ ਗੱਲ ਕਰੋ। ਤਾਂ ਇਸ ਤਰ੍ਹਾਂ ਜੋ ਸ਼ਾਮਦਾਸ ਸੀ ਉਹ 2 ਜਵਾਰੀਆਂ ਨੂੰ ਆਪਣੇ ਨਾਲ ਲੈ ਕੇ ਆਏ ਸੀ, ਤਾਂ ਜੋ ਸਾਰੇ ਉਹ ਘਰ ਬੈਠ ਕੇ ਜੂਆ ਖੇਡ ਸਕਣ। ਤਾਂ ਇਸ ਤਰ੍ਹਾਂ ਜੋ ਦੋਵੇਂ ਜਵਾਰੀਏ ਸੀ ਗੱਲਾਂ ਕਰਦੇ ਕਰਦੇ ਸ਼ਾਮਦਾਸ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੇ ਜਾਲ ਦੇ ਵਿੱਚ ਕਹਿ ਲਓ ਫਸਾ ਲੈਂਦੇ ਨੇ। ਤੇ ਕਿਉਂਕਿ ਉਹਨਾਂ ਦੋਵਾਂ ਦੀ ਪਹਿਲਾਂ ਹੀ ਆਪਸ ਦੇ ਵਿੱਚ ਸਾਂਠ ਗਾਂਠ ਸੀ, ਇਸ ਕਰਕੇ ਸ਼ਾਮਦਾਸ ਸੀ ਜੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ। ਤਾਂ ਤੁਸੀਂ ਇਹ ਸਾਰਾ ਕੁਝ ਇਸ ਦੇ ਵਿੱਚ ਦੇਖ ਸਕਦੇ ਹੋ, ਲਿਖਿਆ ਹੋਇਆ ਸਾਰਾ ਕੁਝ ਇਹ। ਤਾਂ ਇਸ ਤਰ੍ਹਾਂ ਦੋਵੇਂ ਜਵਾਰੀਏ ਸੀ ਜੋ ਸ਼ਾਮਦਾਸ ਨਾਲ ਖੇਡਣ ਦੇ ਲਈ ਕਾਹਲੀ ਕਰਦੇ ਨੇ। ਤੇ ਸ਼ਾਮਦਾਸ ਕਹਿੰਦਾ ਕਾਹਲੀ ਕਾਹਦੀ ਹੈ, ਜਰਾ ਦਮ ਰੱਖੋ, ਚੁਸਕੀ ਤੇ ਲਾ ਲਈਏ, ਭਾਵ ਸ਼ਰਾਬ ਤਾਂ ਪੀ ਲਈਏ। ਤਾਂ ਦੋਵੇਂ ਜਵਾਰੀਏ ਵਾਹ ਵਾਹ ਕਰਦੇ ਨੇ ਤੇ ਫਿਰ ਕਹਿੰਦੇ ਲਿਆ। ਤੈਨੇ ਦੇ ਵਿੱਚ ਹੀ ਸ਼ਾਮਦਾਸ ਹੈ ਜੋ ਸ਼ਰਾਬ ਤੇ ਗਲਾਸ ਲੈਣ ਦੇ ਲਈ ਅੰਦਰ ਚਲਾ ਜਾਂਦਾ ਹੈ। ਤੇ ਦੋਵੇਂ ਜਵਾਰੀਏ ਫਿਰ ਆਪਸ ਦੇ ਵਿੱਚ ਗੱਲ ਕਰਦੇ ਨੇ ਕਿ ਉਹ ਜੋ ਸ਼ਾਮਦਾਸ ਹੈ ਕਿਸ ਤਰ੍ਹਾਂ ਉੱਲੂ ਹੈ। ਤਾਂ ਉਹ ਰਾਏ ਬਣਾਉਂਦੇ ਨੇ ਕਿ ਪਹਿਲੀ ਬਾਜੀ ਹੈ ਜੋ ਉਹਨੂੰ ਜਾਣ ਦਿਓ, ਭਾਵੇਂ ਦੂਜੀ ਵੀ ਜਾਵੇ। ਤਾਂ ਇਸ ਤਰ੍ਹਾਂ ਜਦੋਂ ਸਲਾਹ ਬਣਾ ਲੈਂਦੇ ਨੇ ਦੋਨੋਂ ਹੀ, ਫਿਰ ਉਹ ਸ਼ਰਾਬ ਪੀ ਕੇ ਜਾਂ ਨਸ਼ਾ ਕਰਨ ਤੋਂ ਬਾਅਦ ਦੁਬਾਰਾ ਫਿਰ ਖੇਡਣਾ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅੱਗੇ। ਜੇਕਰ ਕਿਉਂਕਿ ਪੂਰੀ ਵੀਡੀਓ ਤੁਹਾਨੂੰ ਸਟੋਰੀ ਪੜ੍ਹ ਕੇ ਸੁਣਾਵਾਂਗੇ ਇਹ ਇਕਾਂਗੀ, ਤਾਂ ਵੀਡੀਓ ਨੂੰ ਬਹੁਤ ਲੰਬੀ ਹੋ ਜਾਣਾ, ਕਿਉਂਕਿ 13-14 ਪੇਜਾਂ ਦੀ ਜੋ ਇਹ ਪੂਰੀ ਦੀ ਪੂਰੀ ਇਕਾਂਗੀ ਹੈ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਗਈ ਹੈ। ਇਕਾਂਗੀ ਦਾ ਨਾਮ ਹੈ ਬੇਬੇ ਰਾਮ ਭਜਨੀ। ਤਾਂ ਇਸ ਤਰ੍ਹਾਂ ਦੋਵੇਂ ਜਵਾਰੀਏ ਤੇ ਸ਼ਾਮਦਾਸ ਆਪਸ ਦੇ ਵਿੱਚ ਗੱਲਾਂ ਵੀ ਕਰਦੇ ਨੇ। ਤੇ ਉਹਨਾਂ ਦੇ ਵਿੱਚੋਂ ਕਹਿੰਦੇ ਨੇ ਪਹਿਲਾ ਜਵਾਰੀਆ ਕਹਿੰਦਾ ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਤਾਂ ਦੂਜਾ ਜਵਾਰੀਆ ਕਹਿੰਦਾ ਅੰਮ੍ਰਿਤਸਰ 2 ਜਵਾਰੀਏ ਆਏ ਸੀ, ਪਰ ਦੋਵੇਂ ਉਸਤਾਦ ਸੀ। ਸ਼ਾਮਦਾਸ ਕਹਿੰਦਾ ਉਹਨਾਂ ਨੇ ਹਰੀ ਰਾਮ ਦਾ ਕੱਖ ਨਹੀਂ ਛੱਡਿਆ। ਤਾਂ ਅੰਮ੍ਰਿਤਸਰ ਤੋਂ 2 ਜਵਾਰੀਏ ਆਏ ਸੀ ਜੋ ਕਿ ਹਰੀ ਰਾਮ ਨੂੰ ਕੰਗਾਲ ਕਰਕੇ ਗਏ ਸੀ। ਤਾਂ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਖੇਡੀ ਜਾਂਦੇ ਨੇ। ਤਾਂ ਜਿਸ ਤਰ੍ਹਾਂ ਉਹਨਾਂ ਨੇ ਪਲਾਨ ਬਣਾਇਆ ਹੋਇਆ ਸੀ ਸਾਰਾ, 1-2 ਬਾਜ਼ੀਆਂ ਨੇ ਜੋ ਸ਼ਾਮਦਾਸ ਨੂੰ ਜਿੱਤਣ ਦਿੰਦੇ ਨੇ। ਤੇ ਉਸ ਤੋਂ ਬਾਅਦ ਹੈ ਜੋ ਉਹਦਾ ਉਹ ਸਾਰਾ ਕੁਝ ਹੜੱਪ ਕਰ ਲੈਂਦੇ ਨੇ ਤੇ ਉਹਨੂੰ ਫੇਰ ਗੱਲਾਂ ਦੇ ਵਿੱਚ ਲਾ ਲੈਂਦੇ ਨੇ। ਤੇ ਪਹਿਲਾ ਜਵਾਰੀਆ ਕਹਿੰਦਾ ਬੜੀ ਛਾਲ ਮਾਰੀਏ 50, ਸਾਡੇ ਵੱਲ ਵੇਖ 200 ਦੇ ਬਟਨ ਲਾਏ ਨੇ, ਹੈ ਨਾ ਸ਼ੇਰਾਂ ਦਾ ਹੌਸਲਾ। ਤਾਂ ਦੂਜਾ ਜਵਾਰੀਆ ਕਹਿੰਦਾ ਬੱਲੇ ਬੱਲੇ ਮਰਦਾਨਗੀ ਹੈ ਭਾਈ। ਤਾਂ ਸ਼ਾਮਦਾਸ ਕਹਿੰਦਾ ਅਗਲੀ ਵਾਰ ਦੇਖਾਂਗੇ ਕੌਣ ਵੱਧਦਾ ਏ। ਤੇ ਕਹਿ ਦਿੰਦਾ ਉਹ ਨਾਲ ਦੀ ਨਾਲ ਕਿ ਮੈਂ ਸਾਰਾ ਮਕਾਨ ਹੀ ਬਾਜੀ ਤੇ ਲਾ ਦੇਣਾ। ਤਾਂ ਮਕਾਨ ਬਾਜੀ ਤੇ ਲਾਉਣ ਦੀ ਇੱਛਾ ਰੱਖਦਾ ਸ਼ਾਮਦਾਸ ਸੀ ਜੋ ਜਵਾਰੀਆਂ ਦੇ ਅੱਗੇ। ਤਾਂ ਇਸ ਤਰ੍ਹਾਂ ਜੋ ਦੂਜਾ ਜਵਾਰੀਆ ਸੀ ਕਹਿੰਦਾ 200 ਰੁਪਇਆ ਤੇ ਅੰਗੂਠੀ ਨੂੰ ਦਾਅ 'ਤੇ ਲਾ ਦਿੰਦਾ। ਤੇ ਇੱਧਰੋਂ ਸ਼ਾਮਦਾਸ ਸੀ ਉਹ ਸੋਨੇ ਦੀਆਂ 3 ਚੂੜੀਆਂ ਨੂੰ ਦਾਅ ਦੇ ਉੱਪਰ ਲਾ ਦਿੰਦਾ। ਤਾਂ ਪਹਿਲੇ ਜਵਾਰੀਆ ਕਹਿੰਦਾ ਗੱਲੇ ਹੀ ਮਾਰੀ ਜਾਂਦਾ। ਸ਼ਾਮਦਾਸ ਕਹਿੰਦਾ ਤੁਸੀਂ ਮੰਨਦੇ ਨਹੀਂ, ਕਹਿੰਦਾ ਜੇ ਮੈਂ ਤੁਹਾਨੂੰ ਸਾਹਮਣੇ ਲਿਆ ਕੇ ਚੂੜੀਆਂ ਰੱਖਦਾ ਸੋਨੇ ਦੀਆਂ। ਤਾਂ ਦੂਜਾ ਜਵਾਰੀਆ ਕਹਿੰਦਾ ਫਿਰ ਦੇਖਦਾ ਕੀ ਹੈ, ਲਿਆ। ਸ਼ਾਮਦਾਸ ਅੰਦਰ ਚਲਾ ਜਾਂਦਾ ਚੂੜੀਆਂ ਲੈਣ ਦੇ ਲਈ। ਤਾਂ ਪਹਿਲਾ ਜਵਾਰੀਆ ਸੀ ਜੋ ਦੂਜੇ ਨੂੰ ਕਹਿੰਦਾ ਹੁਣ ਧਿਆਨ ਨਾਲ ਖੇਡੀ, ਮੁਰਗਾ ਫਸ ਗਿਆ। ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ। ਤੇ ਫਿਰ ਇਹ ਸ਼ਾਮਦਾਸ ਵਾਪਸ ਆ ਜਾਂਦਾ, ਕਹਿੰਦਾ ਮੇਰੀ ਵਹੁਟੀ ਨੂੰ ਆ ਲੈਣ ਦਿਓ, ਕਿਉਂਕਿ ਟਰੰਕ ਦੇ ਵਿੱਚ ਜਿਹਦੇ ਵਿੱਚ ਚੂੜੀਆਂ ਪਈਆਂ ਨੇ ਉਹ ਟਰੰਕ ਦੀ ਚਾਬੀ ਆ ਜੋ ਮੇਰੀ ਪਤਨੀ ਦੇ ਕੋਲ ਹੈ। ਤਾਂ ਫਿਰ ਕਹਿ ਸਕਦਾ ਕਿ ਇੱਕ ਤਰ੍ਹਾਂ ਦੇ ਨਾਲ ਉਹ ਸ਼ਾਮਦਾਸ ਨੂੰ ਉਕਸਾਈ ਜਾਂਦੇ ਨੇ ਕਿ ਉਹ ਚੂੜੀਆਂ ਲਾਵੇ। ਤੇ ਸ਼ਾਮਦਾਸ ਸੀ ਜੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ। ਤੇ ਸੋਨੇ ਦੀਆਂ ਜੋ 3 ਚੂੜੀਆਂ ਸੀ ਉਹ ਦਾਅ ਦੇ ਵਿੱਚ ਜਦੋਂ ਲਾ ਬੈਠਦਾ ਤੇ ਦਾਅ ਨੂੰ ਉਹ ਹਾਰ ਜਾਂਦਾ।
ਇਸ ਤਰ੍ਹਾਂ ਕੋਈ ਹਨੂਮਾਨ ਦਾ ਨਾਮ ਜਪਦਾ, ਕੋਈ ਕਾਲੀ ਕਲਕੱਤੇ ਵਾਲੀ ਦਾ ਨਾਮ ਜਪਦਾ, ਕੋਈ ਭੈਰਵ ਨਾਥ ਦਾ ਨਾਮ ਜਪਦਾ। ਅਤੇ ਇਹਨਾਂ ਦੇ ਵਿੱਚ ਹੀ ਹੈ ਜੋ ਦਾ ਰਾਮ ਭਜਨੀ ਦੀ ਐਂਟਰੀ ਹੁੰਦੀ ਹੈ, ਰਾਮ 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 ਕਰਦੇ ਹੋਏ ਆਉਂਦੀ ਹੈ। ਤਾਂ ਜਵਾਰੀਆ ਸੀ ਜੋ ਉਹ ਗਰਦਨ ਦੇ ਮੋੜ ਕੇ ਦੇਖਦੇ ਨੇ। ਪਹਿਲਾ ਜਵਾਰੀਆ ਕਹਿੰਦਾ ਆ ਗਈ ਹੁਣ ਲਿਆ ਚੂੜੀਆਂ ਛੇਤੀ ਕਰ। ਰਾਮ ਭਜਨੀ ਕਹਿੰਦੀ ਹੈ ਤੁਹਾਡਾ ਬੇੜਾ ਗਰਕ, ਤੁਸੀਂ ਤਬਾਹ ਕਰ ਛੱਡਿਆ ਇਹਨੂੰ, ਤੁਹਾਡੀਆਂ 2.5 ਘੜੀਆਂ ਦੀ ਆਵੇ। ਪਹਿਲਾ ਜਵਾਰੀਆ ਕਹਿੰਦਾ ਸ਼ਾਮੂ ਛੇਤੀ ਕਰ ਚੂੜੀਆਂ ਲਿਆ। ਸ਼ਾਮਦਾਸ ਕਹਿੰਦਾ ਰਾਮ ਭਜਨੀ ਨੂੰ ਕਹਿੰਦਾ ਚੂੜੀਆਂ ਕੱਢ ਕੇ ਦੇ ਛੇਤੀ। ਰਾਮ ਭਜਨੀ ਕਹਿੰਦੀ ਕਿਸ ਵਾਸਤੇ? ਜਵਾਰੀਆਂ ਲਈ। ਪਹਿਲਾ ਜਵਾਰੀਆ ਕਹਿੰਦਾ ਲਿਆ ਭਾਈ ਮੈਂ ਪਿਆ ਚੂੜੀਆਂ ਉਡੀਕਦਾ। ਰਾਮ ਭਜਨੀ ਕਹਿੰਦੀ ਨਿਕਲ ਜਾਓ ਇੱਥੋਂ, ਤੁਹਾਡੀ ਫਿੱਟੀ ਪਵੇ। ਤਾਂ ਇਸ ਤਰ੍ਹਾਂ ਬੇਬੇ ਰਾਮ ਭਜਨੀ ਉਹਨਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਮਦਾਸ ਫਿਰ ਬੇਬੇ ਰਾਮ ਭਜਨੀ ਨੂੰ ਕਹਿੰਦਾ ਕਿ ਜਲਦੀ ਲਿਆ ਚੂੜੀਆਂ ਛੇਤੀ ਕਰ। ਤਾਂ ਰਾਮ ਭਜਨੀ ਕਹਿੰਦੀ ਚੰਗਾ ਹੋਇਆ ਮੈਂ ਦਾਨ ਕਰ ਛੱਡਿਆ, ਨਹੀਂ ਤਾਂ ਉੱਦਾਂ ਹੀ ਜੂਏ ਦੇ ਮੂੰਹ ਦੇ ਵਿੱਚ ਤੈਨੂੰ ਹਾਰ ਜਾਣੀਆਂ ਸੀ। ਤਾਂ ਪਹਿਲਾ ਜਵਾਰੀਆ ਕਹਿੰਦਾ ਵੇਖ ਸ਼ਾਮੂ ਬਹਾਨੇ ਕਰਦੀ ਪਈ ਹੈ, ਤੂੰ ਆਪ ਕੱਢ ਕੇ ਲਿਆ। ਤਾਂ ਰਾਮ ਭਜਨੀ ਕਹਿੰਦੀ ਵੇ ਤੂੰ ਕੌਣ ਹੈ? ਬੁੱਢੇ ਪਾਂਦੇ ਦਾ ਪੁੱਤਰ। ਹਾਏ ਹਾਏ ਵੇ ਪਿਓ ਤੇਰਾ ਲੋਕਾਂ ਦਾ ਦਾਨ ਸਾਂਭਦਾ ਫਿਰਦਾ ਹੈ ਤੇ ਤੂੰ ਜੂਆ ਖੇਡਦਾ ਹੈ, ਇਹ ਕਰਤੂਤ ਹੈ ਤੁਹਾਡੀ। ਤਾਂ ਇਸ ਤਰ੍ਹਾਂ ਸੀ ਜੋ ਇੱਕ ਜਵਾਰੀਆ ਸੀ ਉਹਨਾਂ ਦੇ ਵਿੱਚੋਂ ਬੁੱਢੇ ਪਾਂਦੇ ਦਾ ਪੁੱਤਰ ਸੀ, ਜਿਸ ਨੂੰ ਬੇਬੇ ਰਾਮ ਭਜਨੀ ਨੇ ਆਪਣਾ ਸਾਰਾ ਕੁਝ ਦਾਨ ਕਰ ਦਿੱਤਾ ਸੀ। ਤਾਂ ਜਵਾਰੀਆ ਸੀ ਕਹਿੰਦਾ ਹੇ ਮੇਰਾ ਰਾਮ, ਹੇ ਮੇਰੇ ਰਾਮ, ਉਹ ਬੇਬੇ ਰਾਮ ਭਜਨੀ ਦੀ ਇੱਕ ਤਰ੍ਹਾਂ ਦੀ ਨਕਲ ਕਰਦਾ ਹੈ। ਤਾਂ ਸ਼ਾਮਦਾਸ ਕਹਿੰਦਾ ਠਹਿਰੋ, ਅਤੇ ਰਾਮ ਭਜਨੀ ਨੂੰ ਕਹਿੰਦਾ ਕੱਢ ਲਿਆ ਚੂੜੀਆਂ ਛੇਤੀ। ਰਾਮ ਭਜਨੀ ਕਹਿੰਦੀ ਲੈ ਜਾ ਇੱਥੇ ਕਲਮੂਹਿਆਂ ਨੂੰ, ਇੱਥੋਂ ਤੈਨੂੰ ਰਾਮ ਚੁੱਕ ਲੈ। ਪਹਿਲਾ ਜਵਾਰੀਆ ਕਹਿੰਦਾ ਛੇਤੀ ਕਰ ਭਾਈ ਚੂੜੀਆਂ ਲਿਆ, ਸਾਨੂੰ ਗਾਲਾਂ ਕਿਉਂ ਪਵਾਉਣ ਡਿਆ ਏ। ਰਾਮ ਭਜਨੀ ਕਹਿੰਦੇ ਵੇ ਚੂੜੀਆਂ ਲੈ ਗਿਆ ਤੇਰਾ ਪਿਓ, ਹੁਣ ਜਾ ਦਫਾ ਹੋ ਜਾ ਇੱਥੋਂ। ਤਾਂ ਇਸ ਤਰ੍ਹਾਂ ਜੋ ਪਹਿਲਾ ਜਵਾਰੀਆ ਸੀ ਉਹ ਬੁੱਢੇ ਪਾਂਦੇ ਦਾ ਪੁੱਤਰ ਸੀ, ਜਿਸ ਨੂੰ ਬੇਬੇ ਰਾਮ ਭਜਨੀ ਨੇ ਦਾਨ ਕੀਤਾ ਸੀ। ਤਾਂ ਇਸ ਤਰ੍ਹਾਂ ਪਹਿਲਾ ਜਵਾਰੀਆ ਸੀ ਕਹਿੰਦਾ ਖਿੱਲੀ ਮਾਰ ਕੇ ਕਹਿੰਦਾ ਅੱਛਾ ਪਿਓ ਲੈ ਗਿਆ ਮੇਰਾ, ਇਹ ਵੀ ਚੰਗਾ ਹੀ ਹੋਇਆ। ਕਹਿੰਦਾ ਸ਼ਾਮਦਾਸ ਕਹਿੰਦਾ ਮੈਂ ਕਿਹਾ ਇਹ ਚੂੜੀਆਂ ਛੇਤੀ ਸੁਣਦੀ ਨਹੀਂ ਤੂੰ। ਰਾਮ ਭਜਨੀ ਕਹਿੰਦੀ ਦਫਾ ਕਰ ਇਹਨਾਂ ਗਦੂਦਾਂ ਨੂੰ ਇੱਥੋਂ, ਤੈਨੂੰ ਮੈਂ ਕਿਹਾ ਨਹੀਂ ਪਈ ਮੈਂ ਚੂੜੀਆਂ ਦਾਨ ਕਰ ਛੱਡੀਆਂ ਨੇ, ਪੰਨ ਦਾ ਸੰਕਲਪ ਕਰ ਗਿਆ ਅੱਜ। ਸ਼ਾਮਦਾਸ ਕਹਿੰਦਾ ਹੈਰਾਨ ਹੋ ਜਾਂਦਾ ਉਹ। ਕਹਿੰਦਾ ਜੋ ਕੁਝ ਮੈਂ ਦੇਣਾ ਇਹ ਮੈਂ ਦੇਵਾਂਗਾ, ਮੇਰਾ ਧਰਮ ਹੈ, ਪਰ ਇਸ ਵੇਲੇ ਤੁਸੀਂ ਜਾਓ। ਤਾਂ ਉਹ ਜਵਾਰੀਆਂ ਨੂੰ ਕਹਿੰਦਾ ਕਿ ਜਿਹੜਾ ਮੈਂ ਤੁਹਾਡੇ ਨਾਲ ਗੱਲ ਕੀਤੀ ਹੋਈ ਆ ਮੈਂ ਜ਼ਰੂਰ ਪੂਰੀ ਕਰੂੰਗਾ, ਪਰ ਇਸ ਵੇਲੇ ਤੁਸੀਂ ਇੱਥੋਂ ਚਲੇ ਜਾਓ। ਤਾਂ ਦੂਜਾ ਜਵਾਰੀਆ ਕਹਿੰਦਾ ਚੰਗਾ ਹੱਥ ਖੇਡਿਆ ਸਾਡੇ ਨਾਲ ਭਾਈ ਤੂੰ। ਰਾਮ ਭਜਨੀ ਕਹਿੰਦੀ ਹਾਏ ਰਾਮ ਤੁਹਾਡਾ ਗਰਕ ਕਰੇ, ਦਫਾ ਹੋ ਜਾਓ ਇੱਥੋਂ। ਪਹਿਲਾ ਜਵਾਰੀਆ ਕਹਿੰਦਾ ਲਿਆ ਭਾਈ ਲੇਖਾ ਸਾਫ਼ ਕਰਨਾ। ਸ਼ਾਮਦਾਸ ਕਹਿੰਦਾ ਮੈਂ ਕੀ ਕਰਾਂ, ਮੇਰਾ ਘਰ ਲੁੱਟਿਆ ਗਿਆ, ਹੁਣ ਰੱਬ ਦਾ ਵਾਸਤਾ ਇੱਥੋਂ ਚਲੇ ਜਾਓ। ਰਾਮ ਭਜਨੀ ਕਹਿੰਦੀ ਹਾਏ ਤੁਸੀਂ ਸੁੱਤੇ ਸੌ ਜਾਓ, ਹਾਏ ਵੇ ਪਾਂਦੇ ਦਾ ਪੁੱਤਰਾ ਤੂੰ ਵੀ ਕੁੱਲ ਨੂੰ ਕਲੰਕ ਲਾਇਆ। ਤਾਂ ਇਸ ਤਰ੍ਹਾਂ ਬੇਬੇ ਰਾਮ ਭਜਨੀਆਂ ਸੋ ਬੁੱਢੇ ਪਾਂਦੇ ਦੇ ਪੁੱਤਰ ਨੂੰ ਗਾਲਾਂ ਕੱਢਦੀ ਹੈ। ਸ਼ਾਮਦਾਸ ਕਹਿੰਦਾ ਜਾਓ ਭਾਈ ਜਾਓ, ਮੈਂ ਦੇਵਾਂਗਾ ਸਭ ਕੁਝ ਗਿਣ ਕੇ ਦੇਵਾਂਗਾ, ਹੁਣ ਤੁਸੀਂ ਜਾਓ। ਤਾਂ ਰਾਮ ਭਜਨੀ ਕਹਿੰਦੀ ਹਾਏ ਹਨੇਰ ਸਾਈਂ ਦਾ ਘੋਰ ਕਲਯੁਗ ਆ ਗਿਆ। ਪਿਓ ਹੈ ਜਿਹੜੀ ਕਹਿੰਦੀ ਪ੍ਰੋਹਤ ਹੈ ਅਤੇ ਪੁੱਤ ਜਵਾਰੀਆ। ਪਿਓ ਦਾਨ ਸਾਂਭੇ ਅਤੇ ਪੁੱਤ ਜੂਆ ਖੇਡੇ, ਇਹ ਦਾਨ ਵੀ ਧੋਖਾ ਹੈ, ਫਰੇਬ ਹੈ ਅਤੇ ਪਖੰਡ ਹੈ। ਤਾਂ ਇਕਾਂਗੀ ਦੇ ਅੰਤ ਦੇ ਵਿੱਚ ਕਹਿ ਸਕਦੇ ਹਾਂ ਕਿ ਬੇਬੇ ਰਾਮ ਭਜਨੀ ਨੂੰ ਆਪਣੇ ਦਿੱਤੇ ਹੋਏ ਦਾਨ ਦੇ ਉੱਪਰ ਪਛਤਾਵਾ ਹੁੰਦਾ। ਉਸ ਨੂੰ ਦਿੱਤਾ ਗਿਆ ਦਾਨ ਇੱਕ ਧੋਖਾ ਲੱਗਦਾ, ਇੱਕ ਫਰੇਬ ਲੱਗਦਾ, ਇੱਕ ਪਖੰਡ ਲੱਗਦਾ। ਸ਼ਾਮਦਾਸ ਕਹਿੰਦਾ ਦੱਸ ਮੈਨੂੰ ਕੀ ਕੁਝ ਦਿੱਤਾ ਹੀ ਨਹੀਂ ਤੇ ਜਾਨ ਕੱਢਣਾ ਹੀ। ਰਾਮ ਭਜਨੀ ਕਹਿੰਦੀ ਜੋ ਕੁਝ ਮੇਰਾ ਸੀ ਮੈਂ ਦੇਤਾ, ਗਹਿਣਾ ਕੀ ਤੇ ਕੱਪੜਾ ਕੀ, ਮੈਂ ਸਭ ਕੁਝ ਰਾਮ ਦੇ ਨਾਮ ਤੇ ਦਾਨ ਕਰ ਦਿੱਤਾ ਹੈ। ਸ਼ਾਮਦਾਸ ਕਹਿੰਦਾ ਮੈਂ ਕਹਿੰਦਾ ਮੈਨੂੰ ਦੱਸ ਕੀ ਕੀ ਦਿੱਤਾ, ਐਵੇਂ ਚਿੜਚਿੜ ਨਾ ਕਰ। ਰਾਮ ਭਜਨੀ ਕਹਿੰਦੀ ਦੱਸਿਆ ਤੇ ਹੈ ਬਈ ਸਾਰਾ ਗਹਿਣਾ ਸਾਰਾ ਕੁਝ ਦੇਤਾ ਮੈਂ ਤਾਂ। ਸ਼ਾਮਦਾਸ ਕਹਿੰਦਾ ਹੈ ਗਜਬ ਕੀਤਾ ਤੂੰ, ਮੈਨੂੰ ਤਬਾਹ ਕਰਤਾ, ਕੱਖ ਨਹੀਂ ਛੱਡਿਆ। ਉੱਠ ਕੇ ਮਾਰਨ ਲੱਗ ਪੈਂਦਾ ਤੇ ਬੇਬੇ ਰਾਮ ਭਜਨੀ ਨੂੰ ਗਿੱਚੀਓਂ ਫੜ ਲੈਂਦਾ। ਬੇਬੇ ਰਾਮ ਭਜਨੀ ਟੁੱਟੀ ਹੋਈ ਆਵਾਜ਼ ਦੇ ਵਿੱਚ ਕਹਿੰਦੀ ਆ ਰਾਮ ਹੇ ਰਾਮ ਹੇ ਰਾਮ ਹੇ ਰਾਮ। ਸ਼ਾਮਦਾਸ ਤੁਹਾਨੂੰ ਧੱਕਾ ਦਿੰਦਾ, ਕਹਿੰਦਾ ਘਰ ਉਜਾੜਤਾ ਤੂੰ, ਸਭ ਕੁਝ ਫਨਾਹ ਕਰ ਦਿੱਤਾ, ਸਾਰਾ ਕੁਝ ਤਬਾਹ ਕਰ ਦਿੱਤਾ। ਰਾਮ ਭਜਨੀ ਉੱਠਦੀ ਹੈ, ਕਹਿੰਦੀ ਤੂੰ ਆਪਣੇ ਆਪ ਨੂੰ ਤਬਾਹ ਕੀਤਾ ਹੀ, ਰਾਮ ਤੈਨੂੰ ਬਚਾਵੇਗਾ। ਮੈਂ ਸਾਰਾ ਕੁਝ ਕਹਿੰਦੀ ਰਾਮ ਦੇ ਨਾਮ ਤੇ ਦਾਨ ਕਰ ਦਿੱਤਾ ਹੈ, ਤੂੰ ਸਭ ਕੁਝ ਜੂਏ ਦੇ ਮੂੰਹ ਦੇ ਉੱਪਰ ਲਗਾਤਾ। ਸ਼ਾਮਦਾਸ ਕਹਿੰਦਾ ਮੈਂ ਤੈਨੂੰ ਮਾਰ ਸੁੱਟਣਾ ਨਹੀਂ ਹੈ, ਅੱਗੇ ਤੂੰ ਕਦੋਂ ਘੱਟ ਕੀਤੀ ਹੈ, ਮੇਰੀ ਥਾਂ ਕੋਈ ਹੋਰ ਹੁੰਦੀ ਤੇ ਜ਼ਹਿਰ ਖਾ ਕੇ ਮਰ ਜਾਂਦੀ। ਸ਼ਾਮਦਾਸ ਕਹਿੰਦਾ ਤੇ ਤੂੰ ਕਿਉਂ ਨਾ ਮਰ ਗਈ, ਚਲੀ ਜਾ ਮੇਰੇ ਅੱਗੋਂ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਤੇ ਮਾਰ ਸੁੱਟਾਂਗਾ। ਰਾਮ ਭਜਨੀ ਕਹਿੰਦੀ ਹੇ ਰਾਮ ਤੂੰ ਸਭ ਕੁਝ ਵੇਖਦਾ ਏ, ਤੂੰ ਸਭ ਕੁਝ ਜਾਣਦਾ ਏ, ਮੈਂ ਦੁਨੀਆ ਛੱਡੀ, ਘਰ ਬਾਹਰ ਅੰਗ ਸਾਕ ਸਭ ਛੱਡੇ, ਮੈਂ ਹੁਣ ਇੱਥੇ ਨਹੀਂ ਰਹਿ ਸਕਦੀ। ਹੇ ਰਾਮ ਤੇਰੇ ਬਿਨਾ ਮੇਰਾ ਕੋਈ ਹੋਰ ਨਹੀਂ, ਹੁਣ ਤੇਰਾ ਰਾਮ ਸਹਾਈ ਹੇ ਰਾਮਾ ਮੈਂ ਤੇਰੀ। ਇਸ ਤਰ੍ਹਾਂ ਕਰਦੇ ਹੋਏ ਬੇਬੇ ਰਾਮ ਭਜਨੀਆਂ ਜੋ ਉਹ ਚਲੀ ਜਾਂਦੀ ਹੈ ਅਤੇ ਸ਼ਾਮਦਾਸ ਖੜਾ ਉੱਥੇ ਹੱਕਾ ਬੱਕਾ ਰਹਿ ਜਾਂਦਾ ਹੈ। ਅਤੇ ਅਖੀਰ ਦੇ ਵਿੱਚ ਵੀ ਸ਼ਾਮਦਾਸ ਕਹਿੰਦਾ ਹਾਏ ਚਲੀ ਗਈ, ਮੈਂ ਹਰ ਪਾਸੇ ਲੁੱਟਿਆ ਗਿਆ, ਓਏ ਮੈਂ ਕੀ ਕਰਾਂ, ਹਾਏ ਮੇਰਾ ਰਾਮ 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 ਕੂਕਦਾ ਹੋਇਆ ਉਹ ਸ਼ਾਮਦਾਸ ਵੀ ਬਾਹਰ ਨੂੰ ਚਲਾ ਜਾਂਦਾ ਹੈ ਅਤੇ ਪੜਦਾ ਗਿਰਦਾ। ਅਤੇ ਇੱਥੇ ਹੀ ਹੈ ਜੋ ਇਹ ਇਕਾਂਗੀ ਖਤਮ ਹੋ ਜਾਂਦੀ ਹੈ। ਤਾਂ ਪਿਆਰੇ ਵਿਦਿਆਰਥੀਓ ਇਸ ਇਕਾਂਗੀ ਦੇ ਵਿੱਚ ਦੱਸਿਆ ਗਿਆ ਹੈ
ਇਕਾਂਗੀਕਾਰ ਨੇ ਦੱਸਿਆ ਕਿ ਵਹਿਮ ਭਰਮ ਨੇ ਜੋ ਧਾਰਮਿਕ ਪਖੰਡ ਨੇ ਤੇ ਉੱਪਰ ਜੋ ਪਖੰਡ ਕੀਤੇ ਜਾਂਦੇ ਨੇ, ਸ਼ਰਾਬ ਤੇ ਜੂਏ ਵਰਗੀਆਂ ਸਮਾਜਿਕ ਬੁਰਾਈਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਵਿਅੰਗ ਕੱਸਿਆ ਗਿਆ। ਇਸ ਇਕਾਂਗੀ ਦੇ ਵਿੱਚ ਬੇਬੇ ਰਾਮ ਭਜਨੀਆ ਜੋ ਇੱਕ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ, ਪਰੰਤੂ ਜੋ ਉਸਦਾ ਪਤੀ ਸੀ ਉਹ ਸ਼ਰਾਬੀ ਹੈ, ਜੁਆਰੀ ਹੈ ਤੇ ਜੋ ਘਰ ਦੇ ਜੂਏ ਦੇ ਵਿੱਚ ਹੀ ਆਪਣਾ ਸਾਰਾ ਕੁਝ ਉਡਾ ਦਿੰਦਾ ਹੈ। ਤੇ ਉੱਧਰ ਉਹਦੀ ਪਤਨੀ ਸੀ ਜੋ ਬੇਬੇ ਰਾਮ ਭਜਨੀ ਸੀ, ਜੋ ਉਹ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ, ਜੋ ਕਿ ਧਰਮ ਦੇ ਨਾਮ ਦੇ ਉੱਪਰ ਸਾਰਾ ਕੁਝ ਦਾਨ ਕਰ ਦੇਣਾ ਚਾਹੁੰਦੀ ਹੈ। ਪਰੰਤੂ ਜਦੋਂ ਇਕਾਂਗੀ ਦੇ ਅਖੀਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਸ ਪਾਂਧੇ ਨੂੰ ਉਸਨੇ ਆਪਣਾ ਸਾਰਾ ਕੁਝ ਦਾਨ ਕਰ ਦਿੱਤਾ ਸੀ, ਉਹਦਾ ਪੁੱਤਰ ਸੀ ਜੋ ਜੁਆਰੀਆ ਸੀ, ਸ਼ਰਾਬੀ ਸੀ ਜਾਂ ਜੁਆਰੀਆ ਸੀ, ਤਾਂ ਉਹਨੂੰ ਐਵੇਂ ਲੱਗਦਾ ਕਿ ਜਿਵੇਂ ਉਸ ਦੇ ਨਾਲ ਖੁਦ ਧੋਖਾ ਹੋ ਗਿਆ ਵੇ। ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਤੇ ਨਾਲ ਹੀ ਅਖੀਰ ਦੇ ਵਿੱਚ ਉਹਦਾ ਪਤੀ ਹੈ ਜੋ ਉਸ ਨੂੰ ਮਾਰਨ ਪੈਂਦਾ, ਤਾਂ ਦੋਵੇਂ ਹੀ ਘਰ ਛੱਡ ਕੇ ਚਲੇ ਜਾਂਦੇ ਨੇ। ਇਹ ਸੀ ਪਿਆਰੇ ਵਿਦਿਆਰਥੀਓ ਇਕਾਂਗੀ। ਤਾਂ ਤੁਸੀਂ 3 ਨੰਬਰ ਦੇ ਪ੍ਰਸ਼ਨ ਦੇ ਅਕੋਰਡਿੰਗ ਇਹਦੀ ਤਿਆਰੀ ਕਰਨੀ ਆ। ਮੇਨ ਪ੍ਰਸ਼ਨ ਇਹਦੇ ਵਿੱਚ ਜੋ ਬਣਦਾ ਹੈ, ਬੇਬੇ ਰਾਮ ਭਜਨੀ ਦਾ ਪਾਤਰ ਚਿੱਤਰਨ ਹੈ ਜੋ ਉਹਦੇ ਵਿੱਚ ਆਉਂਦਾ ਹੈ। ਇਹ ਪਾਤਰ ਚਿੱਤਰਨ ਨੂੰ ਤੁਸੀਂ ਪੁਆਇੰਟਾਂ ਦੇ ਵਿੱਚ ਵੀ, ਬੇਬੇ ਰਾਮ ਭਜਨੀ ਇੱਕ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ, ਉਹ ਹਰ ਸਮੇਂ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ। ਇਕਾਂਗੀ ਦੇ ਸ਼ੁਰੂ ਦੇ ਵਿੱਚ ਤੇ ਅਖੀਰ ਦੇ ਵਿੱਚ ਵੀ ਉਹ ਰਾਮ ਦਾ ਨਾਮ ਜਪਦੀ ਦਿਖਾਈ ਗਈ ਹੈ। ਦੂਜੇ ਪੁਆਇੰਟ ਦੇ ਵਿੱਚ ਲਿਖ ਸਕਦੇ ਹੋ ਕਿ ਸੰਸਾਰ ਤੋਂ ਉਪਰਾਮ, ਬੇਬੇ ਰਾਮ ਭਜਨੀ ਸੰਸਾਰ ਤੋਂ ਉਪਰਾਮ ਹੈ, ਕਿਉਂਕਿ ਉਹਦਾ ਇੱਕ ਪੁੱਤਰ ਸੀ ਜੋ ਨਿੱਕਾ ਹੁੰਦਿਆਂ ਹੀ ਇਸ ਦੁਨੀਆ ਦੇ ਉੱਪਰੋਂ ਚੱਲ ਵਸਿਆ ਸੀ ਜਾਂ ਉਹਦੀ ਮੌਤ ਹੋ ਗਈ ਸੀ। ਇਸ ਕਰਕੇ ਬੇਬੇ ਰਾਮ ਭਜਨੀ ਜੋ ਤੋਂ ਉਪਰਾਮ ਹੈ। ਤੀਜੇ ਪੁਆਇੰਟ ਦੇ ਵਿੱਚ ਲਿਖ ਸਕਦੇ ਹੋ ਕਿ ਸ਼ਰਾਬੀ ਪਤੀ ਤੋਂ ਦੁਖੀ, ਬੇਬੇ ਰਾਮ ਭਜਨੀ ਜੋ ਆਪਣੇ ਸ਼ਰਾਬੀ ਅਤੇ ਜੁਆਰੀਏ ਪਤੀ ਤੋਂ ਦੁਖੀ ਹੈ। ਉਹਦੇ ਪਤੀ ਨੇ ਜੋ ਸਾਰਾ ਕੁਝ ਜੂਏ ਦੇ ਉੱਪਰ ਤੇ ਨਸ਼ੇ ਦੇ ਵਿੱਚ ਹੀ ਆਪਣਾ ਕੁਝ ਖਰਾਬ ਕਰ ਦਿੱਤਾ ਹੈ। ਅਗਲੇ ਪੁਆਇੰਟ ਦੇ ਵਿੱਚ ਲਿਖ ਸਕਦੇ ਹੋ ਕਿ ਬੇਬੇ ਰਾਮ ਭਜਨੀ ਗੱਲਾਂ ਦੇ ਵਿੱਚ ਆਉਣ ਵਾਲੀ ਹੈ, ਕਿਸ ਤਰ੍ਹਾਂ ਉਹ ਸਾਧੂ ਪਾਂਧੇ ਅਤੇ ਆਪਣੇ ਗੁਆਂਢਣ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਕੁਝ ਦਾਨ ਕਰ ਦਿੰਦੀ ਹੈ। ਇਸੇ ਤਰ੍ਹਾਂ ਤੁਸੀਂ ਸ਼ਾਮਦਾਸ ਦੇ ਪਾਤਰ ਦੇ ਵਿੱਚ ਲਿਖ ਸਕਦੇ ਹੋ। ਤੇ ਜਾਂ ਇਕਾਂਗੀ ਦਾ ਵਿਸ਼ਾ ਵਸਤੂ ਪੁੱਛਿਆ ਜਾ ਸਕਦਾ। ਵਿਸ਼ੇ ਵਸਤੂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ 2 ਵਿਸ਼ਿਆਂ ਨੂੰ ਲੈ ਕੇ ਇਹ ਇਕਾਂਗੀ ਲਿਖੀ ਗਈ ਹੈ, ਇੱਕ ਧਾਰਮਿਕ ਪਖੰਡਾਂ ਦੇ ਨਾਲ ਸੰਬੰਧਿਤ ਤੇ ਦੂਜੀ ਇਕਾਂਗੀ ਦੇ ਵਿੱਚ ਦੂਜੇ ਵਿਸ਼ੇ ਦੇ ਵਿੱਚ ਲਿਆ ਗਿਆ ਜੋ ਸਮਾਜ ਦੇ ਵਿੱਚ ਫੈਲੀਆਂ ਨਸ਼ੇ ਵਰਗੀਆਂ ਬੁਰਾਈਆਂ ਨੇ, ਨਸ਼ਾ ਤੇ ਜੂਆ। ਤੇ ਜੇਕਰ ਇਸ ਇਕਾਂਗੀ ਦਾ ਸਾਰ ਪੁੱਛਿਆ ਜਾਵੇ ਤਾਂ ਸਾਰ ਦੇ ਵਿੱਚ ਤੁਸੀਂ ਸਾਰੀ ਇਕਾਂਗੀ ਨੂੰ ਸੰਖੇਪ ਕਰਕੇ ਲਿਖਣਾ ਹੈ। 50-60 ਸ਼ਬਦਾਂ ਦੇ ਵਿੱਚ ਤੁਸੀਂ ਇਹਦਾ ਉੱਤਰ ਦੇਣਾ ਹੈ। ਉਮੀਦ ਕਰਦਾ ਕਿ ਇਹ ਇਕਾਂਗੀ ਹੈ ਜੋ ਤੁਹਾਡੇ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ।